गुरु जी की साजी नवाजी गुरु रूप गुरु प्यारी साध संगत जी, वाहिगुरु जी का खालसा वाहिगुरु जी की फतेह। गुरमुख प्यारिओ, जो आपां सतगुरु गुरबाणी गुरु विच उपदेश दे रहे, सारी जिहड़ी कहानी, सारी जिहड़ी अवस्था वो साडे मन दी, साडा मन ही जदों इधर आके सौ जांदा, भरम दे विच पै जांदा, ये हुकम तो वाकी हो जाता है, परमात्मा नूं भुल जाता है, फिर इसे मन नूं ही प्रेत कह दिता कि जिहड़ा मनमुख है वो प्रेत है। फिर इसे मन नूं ही जदों असीं संगत करते हैं, सिमन करते हैं, असीं सतगुणी हो जाते हैं, उदों इसे नूं ही मानस कहंदे ने भी हुणे मानस जामे च नहीं, मानस है। फिर मन ही देवता बनता, फिर साडे मन ही संत साधु भगत गुरमुख ब्रह्म ज्ञानी, ये सारियां अवस्थावां साडे मन दीयां, ये सारे ही परमात्मा नूं मिले हुंदे ने। संत भी, साधु भी, भगत भी, ब्रह्म ज्ञानी, गुरमुख, गुरसिख, ये सब दा परमात्मा दे नाल मिलाप हुंदा। इस संसार दे विच आके, इस लोक दे विच साडा मन जदों इधर आके किथे आसन लाउंदा, फिर इहनूं उस मुताबक इहनूं खिताब दिते जांदे। जदों असीं अनहद बाणी ते आके इधर साडा मन आसन ला लैंदा, उदों कहंदे संत है। जदों अनहद बाणी तो नाद प्रगट हुंदा, नाद दे विच साडे मन दा आसन हुंदा, उदों कहंदे मेरा साधु है। जदों असीं ये जो सच्चा महल, इहनूं सूख महल का नाम दिता, ये जो आपां खाली खिला देखते हैं,
ਜਦੋਂ ਇੱਥੇ ਸਾਡਾ ਮਨ ਆਸਣ ਲਾਉਂਦਾ ਉਦੋਂ ਕਹਿੰਦੇ ਇਹ ਮੇਰਾ ਭਗਤ ਹੈ। ਫਿਰ ਜਦੋਂ ਅਸੀਂ ਸੱਚਾ ਮਹਿਲ ਜਿੱਥੇ ਪ੍ਰਕਾਸ਼ ਹੀ ਪ੍ਰਕਾਸ਼, ਉੱਥੇ ਸਾਡਾ ਮਨ ਆਸਣ ਲਾਉਂਦਾ ਉਦੋਂ ਕਹਿੰਦੇ ਮੇਰਾ ਬ੍ਰਹਮ ਗਿਆਨੀ। ਜਦੋਂ ਅਸੀਂ ਇੱਧਰ ਆ ਕੇ ਕਦੇ ਸਾਡਾ ਮਨ ਅਨਹਦ ਬਾਣੀ ਤੇ, ਕਦੇ ਨਾਦ ਦੇ ਵਿੱਚ, ਕਦੇ ਸੂਖ ਮਹਿਲ, ਕਦੇ ਸੱਚੇ ਮਹਿਲ ਵਿੱਚ ਚਲਾ ਜਾਂਦਾ, ਉਦੋਂ ਕਹਿੰਦੇ ਵੀ ਇਹ ਮੇਰਾ ਗੁਰਮੁਖ ਹੈ। ਜਾਣੀ ਕਿ ਇਹ ਸਾਰੀਆਂ ਸਟੇਜਾਂ ਆਪਣੇ ਮਨ ਦੀਆਂ। ਸਾਡਾ ਮਨ ਹੀ ਪਹਿਲਾਂ ਪ੍ਰੇਤ ਬਣਿਆ ਹੁੰਦਾ, ਫਿਰ ਪ੍ਰੇਤ ਤੋਂ ਇਹਨੇ ਮਾਨਸ ਬਣਨਾ, ਫਿਰ ਇਹਨੇ ਦੇਵਤਾ ਬਣਨਾ, ਫਿਰ ਇਹਨੇ ਅੱਗੇ ਜਦੋਂ ਇਸ ਮਾਰਗ ਤੇ ਚੱਲਦਾ ਮਾਲਕ ਨੂੰ ਮਿਲ ਲੈਂਦਾ, ਫਿਰ ਇਹਨੇ ਸੰਤ, ਸਾਧੂ, ਭਗਤ, ਬ੍ਰਹਮ ਗਿਆਨੀ, ਗੁਰਮੁਖ ਬਣਨਾ। ਇਹ ਕਿਸੇ ਪਹਿਰਾਵੇ ਦਾ ਨਾਂ ਨਹੀਂ। ਅਸੀਂ ਬਾਹਰੋਂ ਪਹਿਰਾਵਾ ਦੇਖ ਕੇ ਅੰਦਾਜ਼ਾ ਨਹੀਂ ਲਾ ਸਕਦੇ ਵੀ ਇਹ ਸੰਤ ਹੈ, ਸਾਧੂ ਹੈ, ਜਾਂ ਬ੍ਰਹਮ ਗਿਆਨੀ ਹੈ, ਜਾਂ ਕੌਣ ਹੈ। ਸਾਨੂੰ ਬਾਹਰੋਂ ਨਹੀਂ ਪਤਾ ਲੱਗੇ। ਬਾਹਰੋਂ ਤਾਂ ਉਹਦਾ ਪਹਿਰਾਵਾ ਆਪਣੇ ਵਰਗਾ ਹੀ ਹੋਏਗਾ। ਜਿਸ ਹਿਸਾਬ ਨਾਲ ਉਹ ਗੁਰਮੁਖ ਸੰਸਾਰ ਦੇ ਵਿੱਚ ਵਿਚਰਦੇ, ਕੰਮ ਕਾਰ ਕਰਦੇ, ਉਹੋ ਜਿਹੇ ਪਹਿਰਾਵਾ ਕਰ ਲੈਂਦੇ। ਸਿਰਫ ਇਹ ਸਾਡੇ ਮਨ ਦੀ ਸਟੇਜ ਹੈ। ਇਹ ਨਹੀਂ ਵੀ ਜੇ ਕਿਸੇ ਨੇ ਬਾਰੀ ਚੋਲਾ ਪਾ ਲਿਆ ਜਾਂ ਉਹਨੇ ਬੜਾ ਸੋਹਣਾ ਪਹਿਰਾਵਾ ਕੀਤਾ, ਅਸੀਂ ਉਹਨੂੰ ਦੇਖ ਕੇ ਨਹੀਂ ਕਹਿੰਦੇ ਵੀ ਇਹ ਸੰਤ ਹੈ, ਕਿਉਂਕਿ ਸੰਤ ਕਿਸੇ ਪਹਿਰਾਵੇ ਦਾ ਨਾਂ ਨਹੀਂ, ਉਹ ਸਾਡੇ ਮਨ ਦੀ ਅਵਸਥਾ, ਮਨ ਦੀ ਸਟੇਜ ਹੈ। ਹੁਣ ਆਓ ਫਿਰ ਆਪਾਂ ਨੂੰ ਜੋ ਗੁਰੂ ਅਰਜਨ ਦੇਵ ਜੀ ਮਹਾਰਾਜ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਜੋ ਆਪਾਂ ਵਿਚਾਰ ਕਰ ਰਹੇ ਹਾਂ, 7ਵੀਂ ਅਸ਼ਟਪਦੀ ਵਿੱਚ ਉਹਨਾਂ ਨੇ ਆਪਾਂ ਨੂੰ ਸਾਧੂ ਦਾ ਗਿਆਨ ਦਿੱਤਾ। ਬਈ ਸਾਧੂ ਦੀ ਕੀ ਅਵਸਥਾ, ਜਦੋਂ ਅਸੀਂ ਸਾਧੂ ਦਾ ਸੰਗ ਕਰਦੇ ਸਾਨੂੰ ਕੀ ਕੀ ਪ੍ਰਾਪਤ ਹੁੰਦਾ। ਹੁਣ ਅਗਲੀ ਅਸ਼ਟਪਦੀ ਵਿੱਚ ਆਪਾਂ ਨੂੰ ਬ੍ਰਹਮ ਗਿਆਨੀ ਦਾ ਭੇਦ ਦਿੰਦੇ। ਬਈ ਬ੍ਰਹਮ ਗਿਆਨੀ ਦੇ ਕੀ ਲੱਛਣ ਨੇ, ਸਾਨੂੰ ਕਿਵੇਂ ਪਤਾ ਲੱਗਦਾ ਬਈ ਇਹ ਬ੍ਰਹਮ ਗਿਆਨੀ, ਇਹ ਕੌਣ ਹੈ। ਉਹਦਾ ਫਿਰ ਆਪਾਂ ਨੂੰ ਮਾਰੇ ਭੇਦ ਦਿੰਦੇ। ਸ਼ਲੋਕ ਮਨ ਸਾਚਾ ਮੁਖ ਸਾਚਾ ਸੋਈ, ਆਵਰ ਨ ਵੇਖੇ ਏਕ ਸਵੈਨ ਕੋਇ, ਨਾਨਕ ਲੱਛਣ ਬ੍ਰਹਮ ਗਿਆਨੀ ਹੋਏ। ਬ੍ਰਹਮ ਗਿਆਨੀ ਦੇ ਕੀ ਲੱਛਣ ਨੇ, ਕੀ ਉਹਦੇ ਗੁਣ ਨੇ। ਉਹਦੇ ਮਨ ਦੇ ਵਿੱਚ ਸੱਚ ਵਸੇ ਤੇ ਮੁਖ ਤੋਂ ਵੀ ਉਹ ਫਿਰ ਸੱਚ ਦੀ ਵਿਚਾਰ ਕਰਦਾ। ਸੱਚ ਕਹਿੰਦੇ ਪਰਮਾਤਮਾ ਵਾਹਿਗੁਰੂ ਨਿਰੰਕਾਰ। ਬ੍ਰਹਮ ਗਿਆਨੀ ਦੇ ਹਿਰਦੇ ਵਿੱਚ ਪ੍ਰਕਾਸ਼ ਹੁੰਦਾ, ਮਾਲਕ ਵਸਿਆ, ਤੇ ਜਦੋਂ ਉਹ ਫਿਰ ਮੁਖ ਤੋਂ ਬੋਲਦਾ ਉਹ ਮਾਲਕ ਦੀ ਵਡਿਆਈ ਕਰਦੇ, ਮਾਲਕ ਦੀ ਉਸਤਤ ਕਰਦੇ, ਉਹਦੀ ਸ਼ੋਭਾ ਕਰਦੇ। ਫਿਰ ਬ੍ਰਹਮ ਗਿਆਨੀ ਇੱਕ ਨੂੰ ਹੀ ਦੇਖਦਾ, ਪਰਮਾਤਮਾ ਨੂੰ। ਜਦੋਂ ਨੇਤਰ ਬੰਦ ਕਰ ਲੈਂਦਾ ਅੰਦਰ ਵੀ ਉਹਨੂੰ ਦੇਖਦਾ, ਤੇ ਜਦੋਂ ਨੇਤਰ ਖੋਲ੍ਹਦਾ ਉਹਨੂੰ ਬਾਹਰ ਵੀ ਉਹੀਓ ਦਿਖਦਾ, ਇੱਕ ਚਾਰ ਚੁਫੇਰੇ। ਇਹਦੇ ਬ੍ਰਹਮ ਗਿਆਨੀ ਦੇ ਲੱਛਣ ਨੇ। ਇਹ ਗੁਣਾ ਕਰਕੇ ਫਿਰ ਉਹ ਬ੍ਰਹਮ ਗਿਆਨੀ ਹੈ। ਹੋਰ ਕੋਈ ਬ੍ਰਹਮ ਗਿਆਨੀ ਇਹ ਨਹੀਂ ਵੀ ਕਿਸੇ ਪਹਿਰਾਵੇ ਦਾ ਨਾਂ ਹੈ, ਉਹਦੇ ਮਨ ਦੀ ਸਟੇਜ ਹੈ, ਉਹਦੇ ਮਨ ਦੀ ਅਵਸਥਾ ਹੈ। ਬਈ ਬ੍ਰਹਮ ਗਿਆਨੀ ਦੇ ਮਨ 'ਚ ਮਾਲਕ ਵਸੇ ਹੈ ਪਰਮਾਤਮਾ, ਤੇ ਉਹ ਜਦੋਂ ਮੁਖ ਤੋਂ ਬੋਲੇਗਾ ਪਰਮਾਤਮਾ ਦੀ ਉਸਤਤ ਕਰੇਗਾ। ਬ੍ਰਹਮ ਗਿਆਨੀ ਕਿਸੇ ਦੀ ਨਿੰਦਿਆ ਨਹੀਂ ਕਰੇਗਾ, ਕਿਸੇ ਨੂੰ ਮਾੜਾ ਨਹੀਂ ਆਖੇ, ਕਿਸੇ ਦੇ ਉਹ ਔਗਣ ਨਹੀਂ ਫਰੋਲੇਗਾ, ਕਿਸੇ ਦੀ ਉਹ ਬੁਰਾਈ ਨਹੀਂ ਕਰੇਗਾ। ਉਹ ਸਗੋਂ ਤੇ ਸਾਨੂੰ ਇਹਨਾਂ ਚੀਜ਼ਾਂ ਤੋਂ ਰੋਕੇ ਵੀ ਤੁਸੀਂ ਵੀ ਨਾ ਕਰੋ। ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਬਈ ਇਹ ਲੱਛਣ ਨੇ ਬ੍ਰਹਮ ਗਿਆਨੀ ਦੇ। ਫਿਰ ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਅੱਗੇ ਫਰਮਾਨ ਕਰਦੇ ਅਸ਼ਟਪਦੀ। ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ में कमल लेप। ਬਈ ਜੋ ਬ੍ਰਹਮ ਗਿਆਨੀ ਹੈ
ਉਹ ਸੰਸਾਰ ਦੇ ਵਿੱਚ ਰਹਿੰਦਾ ਹੋਇਆ ਵੀ ਇਹ ਸੰਸਾਰ ਤੋਂ ਨਿਰਲੇਪ ਰਹਿੰਦਾ। ਜਿਵੇਂ ਉਦਾਹਰਨ ਦਿੱਤੀ ਵੀ ਕਮਲ ਦਾ ਫੁੱਲ ਹੈ, ਉਹਦੀ ਜੜ ਬੇਸ਼ੱਕ ਚਿੱਕੜ ਚੁੱਗ ਖੜਦਾ, ਪਰ ਆਪ ਉਹ ਚਿੱਕੜ ਤੋਂ ਉੱਪਰ ਉੱਠਿਆ ਰਹਿੰਦਾ, ਉੱਪਰ ਉੱਠ ਜਾਂਦਾ। ਇਸੇ ਤਰ੍ਹਾਂ ਹੀ ਜੋ ਬ੍ਰਹਮ ਗਿਆਨੀ ਉਹ ਰਹਿੰਦਾ ਸੰਸਾਰ 'ਚ ਹੀ, ਪਰਿਵਾਰ ਦੇ ਵਿੱਚ ਹੀ ਰਹਿੰਦਾ, ਗ੍ਰਹਿਸਥੀ ਹੁੰਦੇ ਨੇ, ਕੰਮਕਾਰ ਕਰਦੇ, ਪਰ ਉਹ ਵਿੱਚ ਹੀ ਨਿਰਲੇਪ ਰਹਿੰਦੇ, ਜਿਵੇਂ ਕਮਲ ਦੇ ਫੁੱਲ ਵਾਂਗ। ਕਿਉਂਕਿ ਉਹਨਾਂ ਦਾ ਜਿਹੜਾ ਧਿਆਨ ਉਹ ਸੱਚ ਵੱਲ ਹੁੰਦਾ, ਮਾਲਕ ਵੱਲ, ਅੰਦਰੋਂ ਨਾਮ ਦੇ ਨਾਲ ਜੁੜੇ ਹੁੰਦੇ ਨੇ, ਮਾਲਕ ਨੂੰ ਦੇਖਦੇ, ਤੇ ਜਦੋਂ ਮਾਲਕ ਨੂੰ ਦੇਖਦੇ ਨੇ, ਮਾਲਕ ਦੀ ਆਵਾਜ਼ ਹੁਕਮ ਨੂੰ ਸੁਣਦੇ ਨੇ, ਫਿਰ ਉਹ ਇਸ ਕਰਕੇ ਤੋਂ ਉੱਪਰ ਉੱਠੇ ਰਹਿੰਦੇ। ਸੰਸਾਰ ਦੇ ਵਿੱਚ ਰਹਿੰਦੇ ਹੋਏ ਵੀ ਇਹ ਤੋਂ ਨਿਰਲੇਪ ਰਹਿੰਦੇ। ਜਦੋਂ ਹੁਣ ਆਪਾਂ ਮਾਲਕ ਨੂੰ ਦੇਖ ਲਾਂਗੇ, ਆਪਾਂ ਹੁਕਮ ਦੇ ਵਿੱਚ ਆ ਜਾਵਾਂਗੇ, ਫਿਰ ਸਾਡਾ ਜਿਹੜਾ ਮਨ ਹੈ ਇਹ ਮਾਇਆ ਦੇ ਵਿੱਚ ਗਲਦਾ। ਜਿਵੇਂ ਇੱਕ ਕਾਗਜ਼ ਹੁੰਦਾ, ਉਹਨੂੰ ਆਪਾਂ ਪਾਣੀ 'ਚ ਸੁੱਟ ਦਈਏ, ਉਹ ਪਾਣੀ 'ਚ ਗਲ ਜਾਂਦਾ। ਉਸੇ ਕਾਗਜ਼ ਨੂੰ ਪਹਿਲਾਂ ਆਪਾਂ ਤੇਲ ਦੇ ਵਿੱਚ ਜਾਂ ਘਿਓ ਦੇ ਵਿੱਚ ਰੱਖ ਲਈਏ, ਉਹ ਚੰਗੀ ਤਰ੍ਹਾਂ ਉਹਨੂੰ ਠੰਡਾ ਹੋ ਜੇ, ਘਿਓ ਲੱਗ ਜੇ, ਫਿਰ ਉਹਨੂੰ ਪਾਣੀ 'ਚ ਸੁੱਟੋ, ਗਲਦਾ। ਇਸੇ ਤਰ੍ਹਾਂ ਹੀ ਜਦੋਂ ਸਾਡਾ ਮਨ ਸੱਚ ਦੇ ਨਾਲ ਜੁੜ ਜਾਂਦਾ, ਨਾਮ ਨਾਲ ਜੁੜ ਜਾਂਦਾ, ਫਿਰ ਇਹ ਮਾਇਆ ਦੇ ਵਿੱਚ ਰਹਿੰਦਾ ਹੋਇਆ ਸਾਰਾ ਕੁਝ ਸੰਸਾਰ ਦੇ ਕਾਰ ਵਿਹਾਰ ਕਰਦਾ ਹੋਇਆ ਵੀ ਇਹ ਵਿੱਚ ਹੀ ਮੁਕਤ ਰਹਿੰਦਾ ਹੈ। ਇਹਨੇ ਫਿਰ ਇਧਰ ਵੱਜਦਾ ਨਹੀਂ ਹੈ। ਫਿਰ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕੋ ਸੁਖ। ਮਹਾਰਾਜ ਕਹਿੰਦੇ ਵੀ ਜੋ ਬ੍ਰਹਮ ਗਿਆਨੀ ਉਹ ਸਦਾ ਪਾਪਾਂ ਤੋਂ ਬਰੀ ਹੈ, ਉਹਦੇ ਵਾਸਤੇ ਕੋਈ ਪਾਪ ਨਹੀਂ ਹੈ। ਇਹ ਪਾਪਾਂ ਦੀ ਮੈਲ ਸਾਨੂੰ ਉਦੋਂ ਲੱਗਦੀ ਜਦੋਂ ਅਸੀਂ ਮਾਲਕ ਤੋਂ ਬੇਮੁਖ ਹੁੰਦੇ, ਜਦੋਂ ਅਸੀਂ ਹੁਕਮ ਤੋਂ ਆਕੀ ਹੁੰਦੇ ਹਾਂ, ਉਦੋਂ ਸਾਡੇ ਮਨ 'ਤੇ ਪਾਪਾਂ ਦੀ ਮੈਲ ਚੜ੍ਹਦੀ। ਜਦੋਂ ਅਸੀਂ ਮਾਲਕ ਦੇ ਸਨਮੁਖ ਹੋ ਗਏ, ਹੁਕਮ ਦੇ ਵਿੱਚ ਆ ਗਏ, ਫਿਰ ਸੰਸਾਰ ਦੇ ਵਿੱਚ ਸਾਡੇ ਵਾਸਤੇ ਕੋਈ ਪਾਪ ਨਹੀਂ। ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਉਹ ਸਦਾ ਨਿਰਦੋਖ, ਉਹ ਦੁਖੀ ਨਹੀਂ, ਉਹਦੇ 'ਤੇ ਕੋਈ ਦੁੱਖਾਂ ਦਾ, ਉਹਦੇ 'ਤੇ ਕੋਈ ਪਾਪਾਂ ਦਾ, ਉਹਦੇ 'ਤੇ ਕੋਈ ਮੈਲ ਨਹੀਂ ਚੜ੍ਹੀ ਹੋਈ। ਜਿਵੇਂ ਮਹਾਰਾਜ ਕਹਿੰਦੇ ਬਈ ਸੂਰਜ ਉਹ ਇਹ ਹਰ ਇੱਕ ਚੀਜ਼ ਨੂੰ ਸੋਖ ਲੈਂਦਾ ਹੈ, ਇਸੇ ਤਰ੍ਹਾਂ ਹੀ ਮੇਰੇ ਬ੍ਰਹਮ ਗਿਆਨੀ ਇਹਨਾਂ ਪਾਪਾਂ ਨੂੰ ਸੋਖ ਲੈਂਦਾ। ਜਿਹੜੀ ਇਹ ਮਨ ਦੇ ਉੱਤੇ ਮੈਲ ਵੀ ਚੜ੍ਹ ਜਾਂਦੀ ਹੈ, ਫਿਰ ਉਹ ਮੈਲ ਨੂੰ ਲਾਉਣੀ ਜਾਣਦਾ, ਉਹਨੂੰ ਪਤਾ ਵੀ ਇਹ ਮੈਲ ਕਿਵੇਂ ਲੱਗਦੀ, ਕਿਹੜੀ ਮੈਲ ਹੈ, ਤੇ ਮੈਲ ਨੂੰ ਕਿਵੇਂ ਲਾ ਦੇਣਾ, ਕਿਵੇਂ ਧੋ ਦੇਣਾ। ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਵੀ ਜਿਵੇਂ ਉਹ ਸੂਰਜ ਦੀ ਤਪਸ਼ ਉਹ ਸੋਖ ਲੈਂਦੀ, ਪਾਣੀ ਨੂੰ ਸੋਖ ਲੈਂਦੀ, ਹਰ ਇੱਕ ਚੀਜ਼ ਨੂੰ ਸੋਖ ਲੈਂਦੀ, ਇਸੇ ਤਰ੍ਹਾਂ ਹੀ ਬ੍ਰਹਮ ਗਿਆਨੀ ਇਹਨਾਂ ਪਾਪਾਂ ਨੂੰ ਸੋਖ ਲੈਂਦਾ, ਖਿੱਚ ਲੈਂਦਾ, ਪਾਪਾਂ ਨੂੰ ਖਤਮ ਕਰ ਦਿੰਦਾ, ਨਾਸ ਕਰ ਦਿੰਦਾ। ਫਿਰ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਕੇ ਦ੍ਰਿਸ਼ਟ ਸਮਾਨ, ਜੈਸੇ ਰਾਜ ਰੰਕ ਕੋ ਲਾਗੇ ਤੁਲ ਭਵਨ। ਬ੍ਰਹਮ ਗਿਆਨੀ ਦੀ ਜਿਹੜੀ ਦ੍ਰਿਸ਼ਟੀ ਹੈ ਉਹ ਇੱਕ ਸਮਾਨ ਹੈ, ਉਹ ਸਭ ਨੂੰ ਇੱਕ ਸਮਾਨ ਹੀ ਦੇਖਦਾ। ਉਹਦੇ ਵਾਸਤੇ ਕੋਈ ਹੋਰ ਬਗਾਨਾ ਨਹੀਂ ਹੈ, ਉਹਦਾ ਕੋਈ ਵੈਰੀ ਨਹੀਂ ਹੈ, ਉਹਦਾ ਕਿਸੇ ਨਾਲ ਕੋਈ ਬੈਰ ਵਿਰੋਧ, ਕੋਈ ਉਹਦਾ ਕਿਸੇ ਨਾਲ ਕੋਈ ਇਸ ਸੰਸਾਰ ਦੇ ਵਿੱਚ ਜਿਵੇਂ ਜੀਵ ਕਹਿੰਦੇ ਬਈ ਇਹ ਸਾਡਾ ਦੁਖੀ ਹੈ, ਉਹਦਾ ਕਿਸੇ ਨਾਲ ਵੀ ਕੋਈ ਮਨ ਦੇ ਵਿੱਚ ਕੋਈ ਰੋਸ ਨਹੀਂ, ਕੋਈ ਕਿਸੇ ਨਾਲ ਉਹਦਾ ਗਿਲਾ ਨਹੀਂ ਹੈ। ਜਿਸ ਤਰ੍ਹਾਂ ਮਹਾਰਾਜ ਨੇ ਉਦਾਹਰਨ ਦਿੱਤੀ ਵੀ ਇਹ ਹਵਾ ਆਪਾਂ ਨੂੰ ਸਵਾਸ ਆਉਂਦੇ ਪਾਉਣ ਆਉਂਦੀ ਹੈ, ਚਾਹੇ ਕੋਈ ਰਾਜਾ ਹੈ, ਚਾਹੇ ਕੋਈ ਕੰਗਾਲ ਹੈ, ਸਵਾਸ ਸਭ ਨੂੰ ਇੱਕੋ ਜਿਹੀ ਮਿਲਦੇ,
ਸਭ ਨੂੰ ਹਵਾ ਪਾਉਣ ਇੱਕੋ ਜਿਹੀ ਆ ਰਹੀ ਹੈ। ਇੱਥੋਂ ਹੀ ਰਾਜਾ ਸਵਾਸ ਲੈਂਦਾ, ਇੱਥੋਂ ਹੀ ਰੰਕ, ਇੱਥੋਂ ਹੀ ਭਿਖਾਰੀ ਸਵਾਸ ਲੈਂਦਾ। ਜਿਵੇਂ ਮਾਲਕ ਕੋਈ ਫਰਕ ਨਹੀਂ ਕਰਦਾ ਸਵਾਸ ਦੇਣ ਲੱਗਿਆ, ਇਸੇ ਤਰ੍ਹਾਂ ਹੀ ਬ੍ਰਹਮ ਗਿਆਨੀ ਨੂੰ ਕੋਈ ਕਿਸੇ ਨਾਲ ਕੋਈ ਵਿਤਕਰਾ, ਕੋਈ ਫਰਕ ਨਹੀਂ ਹੈ। ਉਸ ਜਿਹੜਾ ਵੀ ਉਹਦਾ ਸੰਗ ਕਰੇ ਉਦੋਂ ਲਾਹਾ ਲੈ ਸਕਦਾ। ਉਹਨੂੰ ਇਹ ਨਹੀਂ ਹੈ ਵੀ ਜਿਵੇਂ ਸੰਸਾਰ ਦੇ ਵਿੱਚ ਤਾਂ ਜੀਵਨ ਹੁੰਦਾ ਹੈ ਨਾ, ਬਈ ਜਿਹਦੇ ਨਾਲ ਸਾਡਾ ਮਨ ਦੇ ਵਿੱਚ ਕੋਈ ਗੁੱਸਾ ਗਿਲਾ ਜਾਂ ਵੈਰ ਹੋਵੇ, ਜੇ ਸਾਡੇ ਕੋਲ ਕੋਈ ਗੁਣ ਹੈ ਅਸੀਂ ਕਹਿੰਦੇ ਇਹਨੂੰ ਗੁਣ ਨਹੀਂ ਦੇਣਾ, ਹੋਰ ਤਾਂ ਮੈਂ ਕਿਸੇ ਨੂੰ ਦੇ ਦਾਂਗਾ ਪਰ ਇਹਨੂੰ ਨਹੀਂ ਦੇਣਾ, ਇਹਨੂੰ ਨਹੀਂ ਦੱਸਣਾ। ਕਿਉਂਕਿ ਸਾਡੇ ਅੰਦਰ ਦੁਬਦਾ ਹੈ, ਵੈਰ ਵਿਰੋਧ ਹੈ। ਪਰ ਜਿਹੜਾ ਬ੍ਰਹਮ ਗਿਆਨੀ ਹੈ, ਕੋਈ ਵੀ ਉਹਦੇ ਕੋਲ ਆ ਜੇ, ਚਾਹੇ ਉਹਦਾ ਦੁਖੀ ਹੋਈ, ਚਾਹੇ ਉਹਦੇ ਨਾਲ ਉਹ ਕਿੰਨੀ ਵੀ ਨਫ਼ਰਤ, ਕਿੰਨੀ ਵੀ ਈਰਖਾ, ਵੈਰ ਵਿਰੋਧ ਰੱਖਦਾ ਹੈ, ਪਰ ਬ੍ਰਹਮ ਗਿਆਨੀ ਨੇ ਉਹਦੇ ਤੇ ਵੀ ਦਇਆ ਹੀ ਕਰਨੀ, ਉਹਨੂੰ ਵੀ ਉਸੇ ਦ੍ਰਿਸ਼ਟੀ ਨਾਲ ਹੀ ਦੇਖਣਾ ਜਿਸ ਨਾਲ ਉਹ ਸਭ ਨੂੰ ਦੇਖਦਾ ਹੈ। ਫੇਰ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਕੇ ਧੀਰਜ ਏਕ, ਜੋ ਬਸੁਧਾ ਕੋ ਖੋਦੇ ਕੋ ਚੰਦਨ ਲੇਪ। ਬਈ ਜੋ ਬ੍ਰਹਮ ਗਿਆਨੀ ਹੈ ਉਹਦਾ ਮਨ ਹਮੇਸ਼ਾ ਹੀ ਧੀਰਜ, ਸਹਿਜ ਦੇ ਵਿੱਚ ਵਿਚਰਦਾ ਹੈ ਤੇ ਇੱਕ ਦੇ ਨਾਲ ਉਹ ਹਮੇਸ਼ਾ ਜੁੜਿਆ ਰਹਿੰਦਾ ਅੰਦਰੋਂ ਬਾਹਰੋਂ। ਇਸ ਵਾਸਤੇ ਫਿਰ ਉਹਨੂੰ ਕੋਈ ਫਰਕ ਨਹੀਂ ਪੈਂਦਾ, ਚਾਹੇ ਉਹਦੇ ਨਾਲ ਕੋਈ ਨਫ਼ਰਤ ਕਰਦਾ, ਚਾਹੇ ਉਹਦੀ ਕੋਈ ਨਿੰਦਿਆ ਕਰਦਾ, ਚਾਹੇ ਉਹਦੀ ਕੋਈ ਉਸਤਤ ਕਰਦਾ, ਉਹਨੂੰ ਕੋਈ ਫਰਕ ਨਹੀਂ ਪੈਂਦਾ। ਜਿਸ ਤਰ੍ਹਾਂ ਵਸੁਧਾ ਵੀ ਇਹ ਧਰਤੀ ਹੈ, ਮਿੱਟੀ, ਚਾਹੇ ਧਰਤੀ ਨੂੰ ਕੋਈ ਪੱਟੀ ਜਾਵੇ, ਚਾਹੇ ਕੋਈ ਇਹਦੇ ਉੱਤੇ ਲੇਪ ਕਰੀ ਜਾਵੇ, ਇਹਨੂੰ ਸਵਾਰੀ ਜਾਵੇ, ਇਹ ਮਹਿਸੂਸ ਨਹੀਂ ਕਰਦੀ, ਇਹਨੂੰ ਫਰਕ ਨਹੀਂ ਪੈਂਦਾ। ਇਸੇ ਤਰ੍ਹਾਂ ਹੀ ਬ੍ਰਹਮ ਗਿਆਨੀ ਨੂੰ ਚਾਹੇ ਕੋਈ ਫਿੱਕਾ ਬੋਲੇ, ਚਾਹੇ ਕੋਈ ਉਹਨਾਂ ਦੀ ਨਿੰਦਿਆ ਕਰੇ, ਉਹਨਾਂ ਦੇ ਮਨ ਨੂੰ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਉਹ ਇਹ ਚੀਜ਼ ਉੱਪਰ ਉੱਠੇ ਰਹਿੰਦੇ। ਮਾਲਕ ਦੇ ਨਾਲ ਜੁੜੇ ਹੋਣ ਕਰਕੇ ਅਸੀਂ ਉਹਨਾਂ ਦੀ ਨਿੰਦਿਆ ਕਰਕੇ ਉਹਨਾਂ ਦਾ ਤਾਂ ਕੁਛ ਵਿਗਾੜ ਨਹੀਂ ਸਕਦੇ, ਪਰ ਅਸੀਂ ਆਪਦਾ ਜ਼ਰੂਰ ਵਿਗਾੜ ਲੈਂਦੇ। ਅਸੀਂ ਉਹਨਾਂ ਦੇ ਨਾਲ ਵੈਰ ਵਿਰੋਧ ਕਰਕੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ, ਸਾਨੂੰ ਆਪ ਨੂੰ ਫਰਕ ਪੈਂਦਾ। ਅਸੀਂ ਸਗਾ ਦੇ ਸਾਰਾ ਕੁਛ ਕਰਕੇ ਹੋਰ ਅਸੀਂ ਦੁਖੀ ਹੋ ਜਾਂਦੇ, ਅਸੀਂ ਹੋਰ ਅਸ਼ਾਂਤ ਹੋ ਜਾਂਦੇ। ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਵੀ ਬ੍ਰਹਮ ਗਿਆਨੀ ਸਦਾ ਹੀ ਧੀਰਜ, ਸਦਾ ਹੀ ਸਹਿਜ ਦੇ ਵਿੱਚ, ਉਹ ਸਦਾ ਉਹਨਾਂ ਦੀ ਅਵਸਥਾ ਜਿਹੜੀ ਉਹ ਸਹਿਜ ਵਾਲੀ ਬਣੀ ਰਹਿੰਦੀ ਹੈ। ਫਿਰ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਕਾ ਇਹ ਨਾਉ, ਨਾਨਕ ਜੋ ਭਾਵਕ ਕਾ ਸਹਿਜ ਸੁਭਾਅ। ਬ੍ਰਹਮ ਗਿਆਨੀ ਦਾ ਇਹ ਗੁਣ ਹੈ। ਬ੍ਰਹਮ ਗਿਆਨੀ ਦੇ ਵਿੱਚ ਇਹ ਮਾਲਕ ਨੇ ਗੁਣ ਪੈਦਾ ਕੀਤਾ ਵੀ ਜਿਵੇਂ ਭਾਵਕ ਅਗਨ, ਅਗਨ ਨੂੰ ਆਪਾਂ ਲੱਕੜਾਂ ਨੂੰ ਲਾਈਏ, ਉਹ ਲੱਕੜਾਂ ਸਾੜ ਕੇ ਸਵਾ ਕਰ ਦਿੰਦੀ, ਚਾਹੇ ਜਿੰਨੀਆਂ ਮਰਜ਼ੀ ਲੱਕੜਾਂ ਹੋਣ। ਇਸੇ ਤਰ੍ਹਾਂ ਹੀ ਜੋ ਬ੍ਰਹਮ ਗਿਆਨੀ ਗੁਰਮੁਖ, ਉਹ ਫਿਰ ਪਾਪਾਂ ਨੂੰ ਸਾੜ ਕੇ ਸਵਾ ਕਰ ਦਿੰਦੇ। ਇਹ ਸਾਰੀ ਜਿਹੜੀ ਵਡਿਆਈ ਇਹ ਨਾਮ ਦੀ, ਜਿਵੇਂ ਮਹਾਰਾਜ ਕਹਿੰਦੇ ਵੀ ਜੀਵ ਕਿੰਨਾ ਵੀ ਜ਼ਿਆਦਾ ਵੱਡਾ ਪਾਪੀ ਹੋਵੇ, ਕਿੰਨੀਆਂ ਵੀ ਉਹਨੇ ਹੱਤਿਆਂ ਕੀਤੀਆਂ ਹੋਣ, ਕਿੰਨਾ ਉਹ ਝਗੜਾਲੂ ਹੋਵੇ, ਕਿੰਨੇ ਉਹਦੇ ਤੇ ਕੇਸ ਚੱਲਦੇ ਹੋਣ, ਸੰਸਾਰ 'ਚ ਕਹਿਣ ਜੀਵ ਬਈ ਇਹ ਤੋਂ ਤਾਂ ਮੰਦਾ ਬੰਦਾ ਹੋਰ ਕੋਈ ਹੋ ਹੀ ਨਹੀਂ ਸਕਦਾ। ਜੇ ਉਹ ਵੀ ਸੰਗ ਕਰ ਲਏ ਬ੍ਰਹਮ ਗਿਆਨੀ ਦਾ, ਜੇ ਉਹ ਵੀ ਉਹਨਾਂ ਦੀ ਸ਼ਰਨ ਦੇ ਵਿੱਚ ਆ ਜੀ, ਉਹ ਵੀ ਸੰਗਤ ਕਰੇ ਤੇ ਉਹ ਵੀ ਨਾਮ ਦੇ ਨਾਲ ਜੁੜ ਜੇ ਅੰਦਰੋਂ, ਤੇ ਉਹਦੇ ਕੀਤੇ ਹੋਏ ਸਾਰੇ ਪਾਪ ਨੇ ਜਿਹੜੇ ਉਹ ਖੰਡਨ ਹੋ ਜਾਂਦੇ। ਮਹਾਰਾਜ ਕਹਿੰਦੇ ਘੋਰ ਦੁਖੰ ਅਨਕ ਹਤੰ ਜਨਮ ਦਰਿਦਰ ਮਹਾ ਵਖਿਆਦੰ, ਸਗਲ ਮਿਟੰਤ ਸਿਮਰਤ ਹਰ ਨਾਮ, ਨਾਨਕ ਜੈਸੇ ਪਾਵਕ ਕਾਸ਼ਟ ਭਸਮ ਕਰੋਚ। ਬਈ ਜਿਵੇਂ ਪਾਵਕ ਉਹ ਕਾਸ਼ਟ ਲੱਕੜਾਂ ਨੂੰ ਭਸਮ ਕਰ ਦਿੰਦੀ,
ਅੱਗ ਲਾ ਦਿਓ ਤੇ ਉਹਨੇ ਸਾੜ ਕੇ ਸੁਆਹ ਕਰ ਦੇਣੀ। ਇਸੇ ਤਰ੍ਹਾਂ ਹੀ ਫਿਰ ਬ੍ਰਹਮ ਗਿਆਨੀ ਦਾ ਗੁਣ ਹੈ, ਉਹ ਪਾਪਾਂ ਨੂੰ ਸਾੜ ਕੇ ਸੁਆਹ ਕਰ ਦਿੰਦਾ। ਉਹਦੇ ਕੋਈ ਵੀ ਜਿਹੜਾ ਪਾਪ ਹੈ ਉਹ ਪਾਪ ਰਹਿੰਦਾ ਨਹੀਂ। ਜਿਹੜਾ ਉਹਦਾ ਸੰਗ ਕਰਦਾ ਉਹਦੇ ਵੀ ਪਾਪ ਸਾੜ ਦਿੰਦਾ, ਤੇ ਉਹ ਆਪ ਨੂੰ ਤਾਂ ਉਹਨਾਂ ਨੂੰ ਪਾਪ ਲੱਗਣਾ ਹੀ ਕੀ ਹੈ। ਫਿਰ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਸਮਝਾਉਂਦੇ, ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨਾ ਲਾਗੇ ਜਲਾ। ਬਈ ਜੋ ਬ੍ਰਹਮ ਗਿਆਨੀ ਉਹਦਾ ਮਨ ਨਿਰਮਲ ਤੋਂ ਵੀ ਨਿਰਮਲ, ਇੰਨਾ ਨਿਰਮਲ ਹੈ ਵੀ ਜਿਸ ਤਰ੍ਹਾਂ ਵੀ ਜਲ ਨਿਰਮਲ ਹੁੰਦਾ, ਪਾਣੀ ਨਿਰਮਲ ਹੁੰਦਾ, ਜਿਸ ਤਰ੍ਹਾਂ ਉਹ ਮੈਲ ਪਾਣੀ ਨੂੰ ਨਹੀਂ ਲੱਗਦੀ, ਪਾਣੀ ਨਿਰਮਲ ਪਵਿੱਤਰ ਹੈ, ਇਸੇ ਤਰ੍ਹਾਂ ਹੀ ਫਿਰ ਗੁਰਮੁਖਾਂ ਦਾ ਮਨ ਹੈ ਜਿਹੜਾ ਉਹ ਨਿਰਮਲ ਹੋ ਜਾਂਦਾ, ਠੰਡਾ ਹੋ ਜਾਂਦਾ, ਸੀਤਲ ਹੋ ਜਾਂਦਾ। ਜਿਸ ਨੂੰ ਮਹਾਰਾਜ ਕਹਿੰਦੇ, ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ, ਪਾਛੇ ਲਾਗੇ ਹਰ ਫੇਰੇ ਕਹਿਤ ਕਬੀਰ ਕਬੀਰ। ਬਈ ਸਾਡਾ ਜਿਹੜਾ ਮਨ ਸੀ ਇੰਨਾ ਨਿਰਮਲ ਹੋ ਗਿਆ ਵੀ ਜਿਵੇਂ ਗੰਗਾ ਦਾ ਨੀਰ, ਗੰਗਾ ਦਾ ਪਾਣੀ, ਜੀਵਨ ਨੂੰ ਸ਼ੁੱਧ ਕਹਿੰਦੇ, ਪਵਿੱਤਰ ਕਹਿੰਦੇ, ਪਵਿੱਤਰ ਸਮਝ ਕੇ ਉਹਦੇ ਵਿੱਚ ਇਸ਼ਨਾਨ ਕਰਦੇ। ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਜਿਹੜਾ ਨਿਰਮਲ ਤੇ ਵੀ ਨਿਰਮਲ, ਵੀ ਇੰਨਾ ਉਹਨਾਂ ਦਾ ਮਨ ਨਿਰਮਲ ਹੈ ਵੀ ਜਿਹਦੇ ਤੇ ਕੋਈ ਮੈਲ ਨਹੀਂ ਹੈ, ਕੋਈ ਦਾਗ ਨਹੀਂ ਹੈ। ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਵੀ ਜਿਵੇਂ ਪਾਣੀ ਨੂੰ ਦਾਗ ਨਹੀਂ ਲੱਗਦਾ, ਪਾਣੀ ਨਿਰਮਲ ਹੈ, ਸ਼ੁੱਧ ਹੈ, ਪਵਿੱਤਰ ਹੈ, ਇਸੇ ਤਰ੍ਹਾਂ ਹੀ ਉਹਨਾਂ ਦਾ ਮਨ ਸ਼ੁੱਧ ਹੈ, ਮਨ ਪਵਿੱਤਰ। ਤੇ ਸਾਡਾ ਜਿਹੜਾ ਮਨ ਉਹ ਵਿਚਾਰਾਂ ਦੇ ਵਿੱਚ ਦਾਗੀ ਹੋਇਆ ਹੁੰਦਾ, ਮੈਲਾ ਹੋਇਆ ਹੁੰਦਾ ਹੈ। ਇਹਨੂੰ ਮੈਲ ਚੜ੍ਹਦੀ ਆ ਸਹਿਸੇ ਫਿਕਰਾਂ ਦੀ, ਚਿੰਤਾਵਾਂ ਦੀ, ਵੈਰ ਵਿਰੋਧ ਦੀ, ਨਿੰਦਿਆ ਦੀ, ਦੂਸਰੇ ਦੇ ਔਗਣ ਫਰੋਲਣ ਦੀ, ਫਿੱਕਾ ਬੋਲਣ ਦੀ, ਇਹ ਸਭ ਮਨ ਦੇ ਉੱਤੇ ਮੈਲ ਚੜ੍ਹਦੀ ਹੈ। ਹੁਣ ਇਸੇ ਕਰਕੇ ਹੀ ਫਿਰ ਆਪਾਂ ਨੂੰ ਸਤਿਗੁਰੂ ਸਮਝਾਉਂਦੇ ਵੀ ਮਨ ਨੂੰ ਸ਼ੁੱਧ ਕਰੋ, ਮਨ ਨੂੰ ਨਿਰਮਲ ਕਰੋ। ਉਹਦੇ ਵਾਸਤੇ ਫਿਰ ਇਹ ਆਪਾਂ ਨੂੰ ਨਾਲ ਨਾਲ ਗਿਆਨ ਦਿੱਤਾ ਜਾਂਦਾ ਤੇ ਨਾਲ ਨਾਲ ਇਹ ਸਿਮਰਨ ਕਰਾਇਆ ਜਾਂਦਾ ਤਾਂ ਕਿ ਸਾਡੇ ਮਨ ਦੀ ਮੈਲ ਉਤਰ ਜੇ, ਸਾਡਾ ਮਨ ਨਿਰਮਲ ਹੋ ਜੇ। ਤੇ ਨਾਲ ਨਾਲ ਗਿਆਨ ਦਿੱਤਾ ਜਾਂਦਾ ਵੀ ਇਹ ਫਿਰ ਮੈਲਾ ਕਿਉਂ ਹੁੰਦਾ। ਜਿਵੇਂ ਹੁਣ ਬੱਚਾ ਛੋਟਾ ਹੁੰਦਾ ਹੈ, ਮਾਤਾ ਪਿਤਾ ਉਹਨੂੰ ਨਵਾਉਂਦੇ, ਇਸ਼ਨਾਨ ਕਰਾਉਂਦੇ, ਤੇ ਫਿਰ ਉਹਨੂੰ ਕਹਿੰਦੇ ਵੀ ਲਿਬੜਨ, ਵੀ ਜੋ ਆ ਖਿਆਲ ਰੱਖਣਾ, ਗੰਦਾ ਨਹੀਂ ਹੋਣਾ। ਸੋ ਇਸੇ ਤਰ੍ਹਾਂ ਹੀ ਜਦੋਂ ਫਿਰ ਆਪਾਂ ਸਤਸੰਗ 'ਚ ਆਉਂਦੇ ਹਾਂ, ਆਪਾਂ ਨੂੰ ਇਸ਼ਨਾਨ ਕਰਾਇਆ ਜਾਂਦਾ, ਆਪਾਂ ਸਿਮਰਨ ਕਰਦੇ, ਫਿਰ ਨਾਲ ਨਾਲ ਸਾਨੂੰ ਗਿਆਨ ਦਿੱਤਾ ਜਾਂਦਾ ਵੀ ਅਸੀਂ ਲਿਬੜਦੇ ਕਿਵੇਂ, ਅਸੀਂ ਗੰਦੇ ਕਿਵੇਂ ਹੁੰਦੇ। ਫਿਰ ਆਪਾਂ ਨੂੰ ਸਮਝਾਉਂਦੇ ਵੀ ਗੰਦੇ ਅਸੀਂ ਉਦੋਂ ਹੁੰਦੇ ਜਦੋਂ ਅਸੀਂ ਇਹ ਵੈਰ ਵਿਰੋਧ 'ਚ ਜਾਂਦੇ, ਜਦੋਂ ਅਸੀਂ ਦੁਵਿਧਾ 'ਚ ਜਾਂਦੇ, ਈਰਖਾ ਨਫ਼ਰਤ 'ਚ ਜਾਂਦੇ, ਫਿਰ ਅਸੀਂ ਗੰਦੇ ਹੋ ਜਾਂਦੇ। ਇਹਦੇ ਸਾਡੇ ਮਨ ਦੇ ਉੱਤੇ ਮੈਲ ਚੜ੍ਹ ਜਾਂਦੀ। ਇਸ ਕਰਕੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਆਪਾਂ ਇਹ ਵੈਰ ਵਿਰੋਧ 'ਚ ਜਾਣਾ, ਦੁਵਿਧਾ 'ਚ ਨਹੀਂ ਜਾਣਾ, ਕਿਸੇ ਨੂੰ ਆਪਾਂ ਫਿੱਕਾ ਨਹੀਂ ਬੋਲਣਾ, ਮਾੜਾ ਨਹੀਂ ਬੋਲਣਾ, ਕਿਸੇ ਦੀ ਔਗਣ ਨਹੀਂ ਦੇਖਣੀ, ਕਿਸੇ ਦੀ ਨਿੰਦਿਆ ਨਹੀਂ ਕਰਨੀ, ਨਾ ਸੁਣਨੀ। ਇਹ ਅਸੀਂ ਜਦੋਂ ਨਾਲ ਨਾਲ ਗਿਆਨ ਪਰਹੇਜ ਰੱਖਾਂਗੇ ਤੇ ਸਾਡਾ ਮਨ ਨਿਰਮਲ ਰਹੇਗਾ। ਜੇ ਹੁਣ ਅਸੀਂ ਇੱਥੋਂ ਇਸ਼ਨਾਨ ਕਰਕੇ ਗਏ, ਸਿਮਰਨ ਕੀਤਾ, ਸ਼ਬਦ ਦੀ ਵਿਚਾਰ ਕੀਤੀ, ਸਾਡਾ ਮਨ ਧੋਤਾ ਜਾਂਦਾ, ਇਸ਼ਨਾਨ ਹੋ ਜਾਂਦਾ, ਅਸੀਂ ਬਾਹਰ ਜਾ ਕੇ ਫੇਰ ਉਹੀਓ ਸ਼ੁਰੂ ਕਰਤਾ ਵੈਰ ਵਿਰੋਧ, ਤੇ ਉਹ ਸਾਡੇ ਮਨ ਤੇ ਫਿਰ ਮੈਲ ਚੜ੍ਹ ਜਾਣਾ। ਸੋ ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਵੀ ਜੋ ਬ੍ਰਹਮ ਗਿਆਨੀ ਉਹ ਸਦਾ ਨਿਰਮਲ, ਕਿਉਂਕਿ ਉਹ ਇਹਨਾਂ ਚੀਜ਼ਾਂ 'ਚ ਜਾਂਦੇ ਨਹੀਂ, ਉਹ ਵੈਰ ਵਿਰੋਧ 'ਚ ਨਹੀਂ ਜਾਂਦੇ, ਤਾਂ ਕਰਕੇ ਉਹਨਾਂ ਦਾ ਮਨ ਨਿਰਮਲ ਰਹਿੰਦਾ ਹੈ। ਫਿਰ ਮਹਾਰਾਜ ਦੱਸਦੇ ਬ੍ਰਹਮ ਗਿਆਨੀ ਕੇ ਮਨ ਹੋਏ ਪ੍ਰਗਾਸ, ਜੈਸੇ ਧਾਰੂ ਪਰ ਆਕਾਸ਼। ਬਈ ਬ੍ਰਹਮ ਗਿਆਨੀ ਦੇ ਮਨ ਦੇ ਵਿੱਚ ਪ੍ਰਕਾਸ਼, ਮਾਲਕ ਦਾ ਪ੍ਰਕਾਸ਼ ਹੀ ਪ੍ਰਕਾਸ਼, ਉਹਨਾਂ ਨੂੰ ਗਿਆਨ ਦਾ ਪ੍ਰਕਾਸ਼।
ਉਹਨਾਂ ਦੇ ਅੰਦਰ ਨਾਮ ਦਾ ਪ੍ਰਕਾਸ਼ ਹੈ। ਜਿਵੇਂ ਧਰਤੀ ਦੇ ਉੱਪਰ ਆਕਾਸ਼ ਹੈ, ਇਸੇ ਤਰ੍ਹਾਂ ਹੀ ਗੁਰਮੁਖਾਂ ਦੇ ਹਿਰਦੇ ਵਿੱਚ ਫਿਰ ਪ੍ਰਕਾਸ਼ ਹੁੰਦਾ ਹੈ। ਪਹਿਲਾਂ ਸਾਨੂੰ ਇਹ ਗਿਆਨ ਦਾ ਪ੍ਰਕਾਸ਼ ਦਿੱਤਾ ਜਾਂਦਾ, ਗਿਆਨ ਦਾ ਚਾਨਣ ਸਾਡੇ ਇਹਨਾਂ ਨੇਤਰਾਂ ਦੇ ਵਿੱਚ ਪਹਿਲਾਂ ਹੀ ਗਿਆਨ ਦਾ ਅੰਜਨ ਸੁਰਮਾ ਪਾਇਆ ਜਾਂਦਾ ਵੀ ਸਾਡੇ ਅੰਦਰ ਪਹਿਲਾਂ ਅਗਿਆਨਤਾ ਦਾ ਹਨੇਰਾ ਹੁੰਦਾ, ਹਨੇਰਾ ਕਰਕੇ ਤਾਂ ਸਾਨੂੰ ਇਹ ਸਾਰਾ ਕੁਝ ਦਿਖਾਈ ਨਹੀਂ ਦਿੰਦਾ, ਸਾਨੂੰ ਸਾਡੇ ਮਨ ਦੀ ਮੈਲ ਨਹੀਂ ਨਜ਼ਰ ਆਉਂਦੀ। ਫਿਰ ਸਾਡੇ ਨੇਤਰਾਂ 'ਚ ਗਿਆਨ ਦਾ ਸੁਰਮਾ ਜਦੋਂ ਪਾਉਂਦੇ, ਫਿਰ ਇਹ ਅਗਿਆਨਤਾ ਦਾ ਹਨੇਰਾ ਖਤਮ ਹੁੰਦਾ, ਫਿਰ ਸਾਨੂੰ ਗਿਆਨ ਹੁੰਦਾ, ਜਿਸ ਨੂੰ ਮਹਾਰਾਜ ਕਹਿੰਦੇ ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਵੀ ਜਦੋਂ ਸਾਡੇ ਤੇ ਕਿਰਪਾ ਹੋਈ, ਸਾਨੂੰ ਸੰਗ ਹੋਇਆ ਸੰਤਾਂ ਦਾ, ਸਾਧੂਆਂ ਦਾ, ਬ੍ਰਹਮ ਗਿਆਨੀ ਦਾ, ਤੇ ਉਹਨਾਂ ਨੇ ਸਾਡੇ ਪਹਿਲਾਂ ਨੇਤਰਾਂ 'ਚ ਗਿਆਨ ਦਾ ਸੁਰਮਾ ਪਾਇਆ, ਗਿਆਨ ਦਾ ਅੰਜਨ ਪਾਇਆ, ਜਿਹਦੇ ਨਾਲ ਸਾਡੇ ਅੰਦਰੋਂ ਅਗਿਆਨਤਾ ਦਾ ਹਨੇਰਾ ਦੂਰ ਹੋਏ। ਵੀ ਪਹਿਲਾਂ ਅਸੀਂ ਅਗਿਆਨਤਾ ਦੇ ਵਿੱਚ ਹੀ ਲੜਾਈਆਂ ਝਗੜੇ ਕਰਦੇ ਹਾਂ, ਅਗਿਆਨਤਾ ਦੇ ਵਿੱਚ ਹੀ ਆਪਾਂ ਦੂਸਰਿਆਂ ਦੀ ਨਿੰਦਿਆ ਕਰਦੇ ਹਾਂ, ਫਿੱਕਾ ਬੋਲਦੇ ਹਾਂ, ਮਾੜਾ ਬੋਲਦੇ ਹਾਂ। ਇਹ ਸਭ ਸਾਡੀ ਅਗਿਆਨਤਾ ਦਾ ਕਾਰਨ ਹੈ। ਸਾਨੂੰ ਨਾ ਗਿਆਨ ਹੋਣ ਕਰਕੇ ਅਸੀਂ ਤਾਂ ਝਗੜਦੇ ਹਾਂ, ਤਾਂ ਸਾਡੇ ਮਨਾਂ 'ਚ ਕਲੇਸ਼ ਹੈ, ਸਾਡੇ ਪਰਿਵਾਰਾਂ 'ਚ ਕਲੇਸ਼, ਤਾਂਹੀਓ ਸਮਾਜ ਦੇ ਵਿੱਚ ਕਲੇਸ਼ ਹੈ। ਇਹ ਸਾਡੀ ਅਗਿਆਨਤਾ ਹੈ, ਸਾਡੇ ਅੰਦਰ ਅਗਿਆਨਤਾ ਦਾ ਹਨੇਰਾ ਹੈ, ਸਾਡੇ ਨੇਤਰਾਂ 'ਚ ਗਿਆਨ ਦਾ ਸੁਰਮਾ ਨਹੀਂ ਪਿਆ, ਅੰਜਨ ਨਹੀਂ ਪਿਆ, ਤਾਂ ਕਰਕੇ ਅਸੀਂ ਇਹ ਸਾਰਾ ਕੁਛ ਕਰਦੇ ਹਾਂ, ਵੈਰ ਵਿਰੋਧ। ਜਦੋਂ ਫਿਰ ਸਾਡੇ ਨੇਤਰਾਂ 'ਚ ਗਿਆਨ ਦਾ ਸੁਰਮਾ ਪੈ ਜਾਂਦਾ, ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ, ਇਹ ਅਸੀਂ ਵੈਰ ਵਿਰੋਧ 'ਚ ਜਾਂਦੇ। ਇਸ ਕਰਕੇ ਫਿਰ ਮਹਾਰਾਜ ਕਹਿੰਦੇ ਵੀ ਪਹਿਲਾਂ ਸਾਡੇ ਅੰਦਰ ਇਹ ਗਿਆਨ ਦਾ ਪ੍ਰਕਾਸ਼ ਹੁੰਦਾ, ਫਿਰ ਆਪਾਂ ਹੋਰ ਸਹਿਜ 'ਚ ਜਾਂਦੇ, ਸਾਡੇ ਅੰਦਰ ਨਾਮ ਪ੍ਰਗਟ ਹੋ ਜਾਂਦਾ, ਨਾਮ ਦਾ ਪ੍ਰਕਾਸ਼, ਤੇ ਫਿਰ ਅੱਗੇ ਮਾਲਕ ਦਾ ਪ੍ਰਕਾਸ਼, ਫਿਰ ਸਾਡੇ ਹਿਰਦੇ ਵਿੱਚ ਉਹ ਪ੍ਰਕਾਸ਼ ਹੀ ਪ੍ਰਕਾਸ਼ ਹੋ ਜਾਂਦਾ ਹੈ। ਜਿਸ ਨੂੰ ਮਹਾਰਾਜ ਕਹਿੰਦੇ ਸੁਖ ਰਾਧਨ ਦੁਖ ਰਾਧਨ, ਬਿਸਰੇ ਨਾ ਕਾਹੂ ਬੇਰਾ, ਨਾਮ ਜਪਤ ਕੋਟ ਸੂਰਜ ਯਾਰਾ, ਬਿਨਸੇ ਭਰਮ ਅੰਧੇਰ। ਜਦੋਂ ਸਾਨੂੰ ਇਹ ਭੇਦ ਆ ਜਾਂਦਾ, ਅਸੀਂ ਸੁੱਖ ਦੇ ਵਿੱਚ ਵੀ ਦੁੱਖ 'ਚ ਵੀ ਮਾਲਕ ਨੂੰ ਆਰਾਧਦੇ, ਨਾਮ ਜਪਦੇ ਹਾਂ, ਤੇ ਫਿਰ ਸਾਡੇ ਅੰਦਰੋਂ ਇਹ ਭਰਮ ਦਾ ਹਨੇਰਾ ਖਤਮ ਹੋ ਜਾਂਦਾ, ਤੇ ਜਿਵੇਂ ਕਰੋੜਾਂ ਸੂਰਜ ਚੜ੍ਹੇ ਹੋਣ ਇਸ ਤਰ੍ਹਾਂ ਪ੍ਰਕਾਸ਼ ਹੋ ਜਾਂਦਾ ਸਾਡੇ ਅੰਦਰ। ਤੇ ਜਿੱਥੇ ਇੰਨਾ ਪ੍ਰਕਾਸ਼ ਹੋਵੇ ਕਰੋੜਾਂ ਸੂਰਜਾਂ ਦਾ, ਉੱਥੇ ਅਗਿਆਨਤਾ ਦਾ ਹਨੇਰਾ ਤਾਂ ਉਦਾਂ ਹੀ ਨਹੀਂ ਰਹਿੰਦਾ। ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਵੀ ਜੋ ਬ੍ਰਹਮ ਗਿਆਨੀ, ਉਹਦੇ ਮਨ ਦੇ ਵਿੱਚ ਇਹ ਪ੍ਰਕਾਸ਼ ਹੈ ਮਾਲਕ। ਫਿਰ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ, ਬ੍ਰਹਮ ਗਿਆਨੀ ਕੇ ਨਾਹੀ ਅਭਿਮਾਨ। ਬ੍ਰਹਮ ਗਿਆਨੀ ਦਾ ਇਹ ਗੁਣ ਹੈ ਵੀ ਉਹਨੂੰ ਮਿੱਤਰ ਤੇ ਵੈਰੀ ਇੱਕ ਸਮਾਨ। ਉਹਨੂੰ ਇਹ ਨਹੀਂ ਵੀ ਉਹ ਵੈਰੀਆਂ ਨੂੰ ਕਿਸੇ ਹੋਰ ਦ੍ਰਿਸ਼ਟੀ ਨਾਲ ਦੇਖਦਾ, ਜਾਂ ਮਿੱਤਰਾਂ ਨੂੰ ਕਿਸੇ ਹੋਰ ਦ੍ਰਿਸ਼ਟੀ ਨਾਲ ਦੇਖਦਾ, ਉਹਨੂੰ ਦੋਵੇਂ ਇੱਕ ਸਮਾਨ, ਇੱਕੋ ਦ੍ਰਿਸ਼ਟੀ ਨਾਲ ਹੀ ਦੇਖਦੇ। ਫਿਰ ਬ੍ਰਹਮ ਗਿਆਨੀ ਨੂੰ ਕੋਈ ਅਭਿਮਾਨ ਨਹੀਂ, ਕੋਈ ਉਹਦੇ ਅੰਦਰ ਇਹ ਨਹੀਂ ਹੈ ਵੀ ਜਿਵੇਂ ਆਪਣੇ ਅੰਦਰ ਹਉਮੈ ਹੰਕਾਰ ਹੁੰਦਾ ਹੈ, ਅਭਿਮਾਨ ਹੁੰਦਾ ਸਾਨੂੰ। ਤੇ ਮਹਾਰਾਜ ਕਹਿੰਦੇ ਵੀ ਇਹ ਅਭਿਮਾਨ ਨਹੀਂ ਛੱਡਣਾ ਔਖਾ ਹੈ। ਸੰਸਾਰ 'ਚ ਜਿਵੇਂ ਮਾਇਆ ਛੱਡ ਦਿੰਦਾ, ਸੰਸਾਰੀ ਪਦਾਰਥ ਛੱਡ ਦਿੰਦਾ, ਵੀ ਜਿਵੇਂ ਕਈ ਜੀਵ ਕਹਿੰਦੇ ਮੈਂ ਪੈਸਿਆਂ ਨੂੰ ਹੱਥ ਨਹੀਂ ਲਾਉਂਦਾ ਜੀ, ਇਹਨਾਂ ਨੇ ਮਾਇਆ ਤਿਆਗੀ ਹੈ ਜੀ, ਜਾਂ ਹੋਰ ਸੰਸਾਰ ਦੀਆਂ ਵਸਤੂਆਂ, ਇਹਨਾਂ ਨੇ ਕੱਪੜੇ ਤਿਆਗਤੇ ਜੀ, ਇਹ ਕੱਪੜੇ ਨਹੀਂ ਪਾਉਂਦੇ। ਇਹ ਛੱਡਣਾ ਉਹ ਸੌਖਾ ਹੈ, ਇਹ ਸਾਰੀ ਮਾਇਆ ਹੀ ਹੈ, ਇਹ ਛੱਡਣੀ ਸੌਖੀ, ਪਰ ਅਭਿਮਾਨ ਹੈ ਜਿਹੜਾ ਉਹ ਛੱਡਣਾ ਉਦੋਂ ਔਖਾ ਹੈ। ਇਸ ਲਈ ਮਹਾਰਾਜ ਕਹਿੰਦੇ ਕਬੀਰ ਮਾਇਆ ਤਜੀ ਤੋਂ ਕਿਹਾ ਪਿਆ, ਜੋ ਮਾਨ ਤਜਿਆ ਨਹੀਂ ਜਾਏ, ਮਾਨ ਮੁਨੀ ਮੁਨ ਵਰਗਲੇ, ਮਾਨ ਸਭੇ ਕੋ ਖਾਏ। ਬਈ ਇਹ ਮਾਇਆ ਛੱਡੀ ਤਾਂ ਉਹ ਕਹਿੰਦੇ ਕੀ ਛੱਡਿਆ, ਵੀ ਜੇ ਮਾਨ ਨਹੀਂ ਛੱਡਿਆ, ਜੇ ਅਭਿਮਾਨ ਨਹੀਂ ਛੱਡਿਆ,
ਹੁਣ ਕਈ ਜੀਵ ਤਾਂ ਕਰਦੇ ਇਸ ਕਰਕੇ ਵੀ ਸਾਡੀ ਸੰਸਾਰ 'ਚ ਸੋਭਾ ਹੋਵੇ, ਸਾਨੂੰ ਮਾਣ ਮਿਲੇ, ਵੀ ਸਾਨੂੰ ਲੋਕ ਕਹਿਣ ਵੀ ਵਾਹ ਵਾਹ ਸਾਡੀ ਹੋਵੇ। ਉਹਦੇ ਵਾਸਤੇ ਕੋਈ ਜੀਵ ਰੋਟੀ ਛੱਡ ਦਿੰਦਾ ਵੀ ਇਹ ਰੋਟੀ ਨਹੀਂ ਖਾਂਦੇ ਜੀ। ਕੋਈ ਜੀਵ ਕੱਪੜਿਆਂ ਦਾ ਤਿਆਗ ਕਰਨੇ, ਕੱਪੜੇ ਨਹੀਂ ਪਾਉਂਦੇ ਜੀ। ਕੋਈ ਜੀਵ ਮੋਨੀ ਹੋ ਜਾਂਦਾ, ਬੋਲਦੇ ਨਹੀਂ ਜੀ ਇਹ ਮੋਨੀ ਨੇ, ਮੋਨਧਾਰੀ। ਉਹਦਾ ਜੇ ਕੋਈ ਜਾਵੇ ਉਹਨਾਂ ਕੋਲ, ਉੱਦਾਂ ਮੋਨੀ ਮਹਾਰਾਜ ਬੋਲਦੇ ਨਹੀਂ, ਪਰ ਜੇ ਕੋਈ ਜ਼ਰੂਰੀ ਗੱਲ ਪੁੱਛਣੀ ਤਾਂ ਉਹ ਲਿਖ ਕੇ ਦੇ ਦਿੰਦੇ। ਐਸੇ ਵੀ ਕੋਈ ਮੋਨੀ ਨੇ। ਹੁਣ ਐਸਾ ਜਿਹੜਾ ਮੋਨੀ ਹੈ ਤੇ ਉਹਦਾ ਕੀ ਫਾਇਦਾ, ਉਹਦਾ ਕੀ ਲਾਭ? ਮਨ ਤਾਂ ਉਹਦਾ ਬੋਲੀ ਜਾ ਰਿਹਾ। ਉਦੋਂ ਤਾਂ ਬਿਹਤਰ ਲਿਖਣ ਨਾਲੋਂ ਬੋਲ ਕੇ ਕਹਿ ਦੇਵੇ, ਸਗੋਂ ਤੇ ਸਮਾਂ ਘੱਟ ਲੱਗੇ। ਜਾਣੀ ਦੇ ਮਾਰੇ ਹੀ ਫਿਰ ਕਹਿੰਦੇ ਵੀ ਇਹ ਸਾਰਾ ਅਭਿਮਾਨ ਹੈ, ਵੀ ਇਹ ਅਭਿਮਾਨ ਹੈ ਜਿਹੜਾ ਬ੍ਰਹਮ ਗਿਆਨੀ ਨੂੰ ਨਹੀਂ ਹੁੰਦਾ। ਵੀ ਉਹ ਇਹ ਅਭਿਮਾਨ ਤੋਂ ਰਹਿਤ ਹੋ ਜਾਂਦੇ। ਉਹਨਾਂ ਨੂੰ ਇਹ ਨਹੀਂ ਵੀ ਸੰਸਾਰ 'ਚ ਸਾਡੀ ਕੋਈ ਸੋਭਾ ਕਰੇ, ਸਾਡੀ ਕੋਈ ਵਡਿਆਈ ਕਰੇ, ਜਾਂ ਸਾਨੂੰ ਕੋਈ ਮੰਨੇ। ਉਹ ਇਸ ਕਰਕੇ ਇਸ ਦਿਖਾਵੇ 'ਚ ਨਹੀਂ ਪੈਂਦੇ। ਉਹ ਸਗੋਂ ਤੇ ਬਚਦੇ ਨੇ। ਉਹ ਆਮ ਜੀਵਨ ਜਿਉਂਦੇ ਵੀ ਸੰਸਾਰ 'ਚ ਅਸੀਂ ਵੱਖਰੇ ਨਾ ਲੱਗੀਏ, ਵੀ ਸਾਡੇ 'ਚ ਕੋਈ ਇਹ ਵੱਖਰੇਵਾ ਨਾ ਹੋਵੇ, ਵੀ ਸਾਨੂੰ ਕੋਈ ਵੱਖਰਾ ਨਾ ਸਮਝੇ ਵੀ ਇਹ ਵੱਖਰੇ ਨੇ ਜੀ ਸੰਸਾਰ ਤੋਂ। ਉਹ ਸਗੋਂ ਤੇ ਆਮ ਸਾਦਾ ਜੀਵਨ, ਸਾਦੇ ਤੋਂ ਵੀ ਉਹ ਸਾਦੇ ਨੇ। ਇਸ ਕਰਕੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਜੋ ਬ੍ਰਹਮ ਗਿਆਨੀ ਉਹਨੂੰ ਬੈਰੀ ਸੱਤਰ ਏਕ ਸਮਾਨ ਨੇ, ਤੇ ਉਹਦੇ ਅੰਦਰ ਕੋਈ ਅਭਿਮਾਨ ਨਹੀਂ ਹੈ ਕਿਸੇ ਕਿਸਮ ਦਾ। ਫਿਰ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਊਚ ਤੇ ਊਚਾ, ਮਨ ਆਪਣਾ ਹੈ ਸਭ ਤੇ ਨੀਚਾ। ਵੀ ਬ੍ਰਹਮ ਗਿਆਨੀ ਦੀ ਅਵਸਥਾ ਹੈ ਤਾਂ ਉੱਚੀ ਤੋਂ ਉੱਚੀ ਹੈ, ਮਾਲਕ ਦੇ ਸਮਾਨ ਹੈ, ਪਰ ਮਨ ਹੈ ਜਿਹੜਾ ਉਹਦਾ ਸਭ ਤੋਂ ਨੀਚਾ, ਆਪਦੇ ਆਪ ਨੂੰ ਸਭ ਤੋਂ ਨਿਮਾਣਾ ਸਮਝਦਾ, ਨੀਵਾਂ ਸਮਝਦਾ। ਕਿਉਂਕਿ ਇਹ ਨਿਸ਼ਾਨੀ ਹੈ ਗੁਰਮੁਖ ਦੀ। ਜਿੰਨਾ ਸਾਡਾ ਮਨ ਆਤਮਿਕ ਤੌਰ ਤੇ ਉੱਚਾ ਹੋਏਗਾ, ਉਨਾ ਹੀ ਇਹ ਨਿਮਾਣਾ ਹੋ ਜਾਏਗਾ, ਇਹਦੇ ਵਿੱਚ ਨਿਮਰਤਾ ਆ ਜਾਏਗੀ, ਇਹ ਨੀਵਾਂ ਹੋ ਜਾਂਦਾ ਹੈ। ਇਸ ਲਈ ਮਹਾਰਾਜ ਕਹਿੰਦੇ ਮਨ ਤੋਂ ਮਤ ਮਾਣ ਕਰੇ, ਜੇ ਹੋ ਕਿਛ ਜਾਣਦਾ ਗੁਰਮੁਖ ਨਿਮਾਣਾ ਹੋ। ਬਈ ਜੋ ਗੁਰਮੁਖ ਹੈ ਬ੍ਰਹਮ ਗਿਆਨੀ, ਉਹ ਕਹਿੰਦਾ ਵੀ ਮੈਨੂੰ ਤਾਂ ਕੁਛ ਪਤਾ ਹੀ। ਸੰਸਾਰ ਦੇ ਵਿੱਚ ਉਹ ਇਸੇ ਤਰ੍ਹਾਂ ਹੀ ਰਹਿੰਦਾ। ਵੀ ਆਮ ਜੀਵ ਸੰਸਾਰੀ ਉਹਨੂੰ ਕਹਿਣਗੇ ਵੀ ਇਹਨੂੰ ਕੀ ਪਤਾ ਦੁਨੀਆਦਾਰੀ ਦਾ ਵੀ ਕਿਵੇਂ ਚੱਲਦੀ, ਵੀ ਇਹਨੂੰ ਕੀ ਪਤਾ ਵੀ ਸੰਸਾਰ ਦੇ ਰਿਸ਼ਤੇ ਨਾਤੇ ਕਿਵੇਂ ਨਿਭਾਉਣੇ ਨੇ। ਇਹ ਤਾਂ ਸਤਿਨਾਮ ਨੇ ਜੀ, ਇਹਨਾਂ ਨੂੰ ਕਿਸੇ ਗੱਲਬਾਤ ਦਾ ਕੋਈ ਚੜੀ ਲੱਸੀ ਦਾ ਹੈ ਹੀ ਨਹੀਂ ਇਹਨਾਂ ਨੂੰ। ਸੋ ਇਸ ਕਰਕੇ ਮਹਾਰਾਜ ਕਹਿੰਦੇ ਵੀ ਮਨ ਉਹਦਾ ਸਭ ਤੋਂ ਨੀਵਾਂ ਹੈ, ਪਰ ਅਵਸਥਾ ਉਹਦੀ ਉੱਚੀ ਹੈ। ਇਸ ਲਈ ਮਹਾਰਾਜ ਕਹਿੰਦੇ ਆਪਸ ਕੋ ਜੋ ਜਾਣੇ ਨੀਚਾ ਸੋ ਗਨੀਏ ਸਭ ਤੇ ਉੱਚਾ। ਵੀ ਜਿਹੜਾ ਉਹਦੇ ਆਪ ਨੂੰ ਨੀਵਾਂ ਸਮਝਦਾ, ਜਿਹਨੇ ਇਹ ਝੁਕਣਾ ਇੱਕ ਕਲਾ ਹੈ, ਇਹ ਹੁਨਰ ਹੈ, ਗੁਰ ਹੈ। ਇਹ ਆਮ ਜੀਵ 'ਚ ਨਹੀਂ ਹੁੰਦਾ, ਮਨਮੁਖ 'ਚ ਨਹੀਂ ਹੁੰਦਾ। ਉਹ ਤਾਂ ਝੁਕਣਾ ਹੀ ਨਹੀਂ ਚਾਹੁੰਦਾ। ਉਹ ਕਹਿੰਦਾ ਮੈਂ ਕਿਹੜੀ ਗੱਲ ਤੋਂ ਝੁਕਾਂ ਕਿਸੇ ਅੱਗੇ। ਉਹਦੇ ਅੰਦਰ ਤਾਂ ਇੰਨੀ ਹਉਮੈ ਹੰਕਾਰ ਹੁੰਦਾ, ਹਾਲਾਂਕਿ ਉਹਦੀ ਗਲਤੀ ਵੀ ਹੋਵੇ ਤਾਂ ਵੀ ਨਹੀਂ ਉਹ ਮੰਨਣ ਨੂੰ ਤਿਆਰ, ਤਾਂ ਵੀ ਨਹੀਂ ਉਹ ਝੁਕਦਾ। ਪਰ ਜਿਹੜੇ ਗੁਰਮੁਖ ਨੇ ਉਹਨਾਂ ਦੇ ਵਿੱਚ ਇੰਨੀ ਨਿਮਰਤਾ ਹੁੰਦੀ, ਉਹ ਹਮੇਸ਼ਾ ਝੁਕਦੇ ਹੀ ਰਹਿੰਦੇ। ਸਾਹਮਣੇ ਮਾਲਕ ਹੈ, ਮਾਲਕ ਨੂੰ ਵੀ ਸੀਸ ਨਿਭਾਉਂਦੇ, ਤੇ ਜਦੋਂ ਸਰਗਾਂ ਰੂਪ 'ਚ ਦੇਖਦੇ ਉਹਨਾਂ ਨੂੰ ਵੀ ਹੱਥ ਜੋੜ ਕੇ ਫਤਿਹ ਬੁਲਾਉਂਦੇ, ਉਹਨਾਂ ਨੂੰ ਵੀ ਨਮਸਕਾਰ ਕਰਦੇ, ਕਿਉਂਕਿ ਉਹਨਾਂ ਨੇ ਦੇਖ ਲਏ ਵੀ ਅੰਦਰ ਵੀ ਉਹੀਓ ਬੈਠਾ ਹੈ ਤੇ ਬਾਹਰ ਵੀ ਉਹੀਓ ਬੈਠਾ। ਇਸ ਵਾਸਤੇ ਫਿਰ ਉਹਨਾਂ ਦਾ ਮਨ ਹੈ ਜਿਹੜਾ ਮਾਲਕ ਦੇ ਅੱਗੇ ਝੁਕਦਾ। ਹੋਰ ਕਿਸੇ ਇਹ ਨਹੀਂ ਵੀ ਮਾਇਆ ਅੱਗੇ ਝੁਕਦੇ, ਜਾਂ ਉਹ ਮਾਇਆ ਦੇ ਵਿੱਚ ਵੀ ਮਾਲਕ ਨੂੰ ਦੇਖਦੇ, ਝੁਕਦੇ ਮਾਲਕ ਨੂੰ ਹੀ, ਪਰਮਾਤਮਾ ਨੂੰ। ਪਰ ਉਹਨਾਂ ਦੇ ਝੁਕਣ ਦੇ ਵਿੱਚ ਤੇ ਆਮ ਜੀਵ ਦੇ ਝੁਕਣ ਦੇ ਵਿੱਚ ਅੰਤਰ ਹੁੰਦਾ, ਫਰਕ ਹੁੰਦਾ। ਆਮ ਜੀਵ ਜਦੋਂ ਝੁਕਦਾ ਉਹ ਮਾਇਆ ਨੂੰ ਝੁਕਦਾ, ਉਹਨੂੰ ਪਤਾ ਨਹੀਂ ਵੀ ਅੰਦਰ ਕੌਣ ਵੱਸਦਾ, ਉਹਨੇ ਅੰਦਰ ਦੇਖਿਆ ਨਹੀਂ ਹੈ। ਤੇ ਜਦੋਂ ਗੁਰਮੁਖ ਨੇ ਉਹ ਝੁਕਦੇ, ਉਹ ਪ੍ਰਤੱਖ ਦੇਖਦੇ ਨੇ ਵੀ ਇਹ ਜਿਵੇਂ ਸਰੀਰ ਹੈ, ਸਰੀਰ ਮਾਇਆ, ਮਾਇਆ ਨੂੰ ਪਾਸੇ ਕਰਕੇ ਉਹ ਅੰਦਰ ਜਿਹੜੀ ਜੋਤ ਉਹਨੂੰ ਦੇਖਦੇ।
ਤੇ ਬਾਹਰ ਮਾਲਕ ਦਾ ਪ੍ਰਕਾਸ਼ ਚਾਰ ਚੁਫੇਰੇ ਉਹਨੂੰ ਦੇਖਦੇ ਤੇ ਅੰਦਰ ਵੀ ਉਹਦੀ ਜੋਤ ਹੈ, ਉਹਨੂੰ ਦੇਖ ਕੇ ਫਿਰ ਉਹਨੂੰ ਝੁਕਦੇ, ਉਹਨੂੰ ਨਮਸਕਾਰ ਕਰਦੇ। ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਵੀ ਜੋ ਬ੍ਰਹਮ ਗਿਆਨੀ ਉਹਦਾ ਜਿਹੜਾ ਮਨ ਉਹ ਨੀਵੇਂ ਤੋਂ ਵੀ ਨੀਵਾਂ ਹੋ ਜਾਂਦਾ। ਕਿਉਂਕਿ ਉਹ ਮਾਲਕ ਦੇ ਅੱਗੇ ਨਿਮਦੇ, ਮਾਲਕ ਨੂੰ ਸੀਸ ਝੁਕਾਉਂਦੇ। ਫਿਰ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਸੇ ਜਨ ਭਏ, ਨਾਨਕ ਜਨ ਪ੍ਰਭ ਆਪ ਕਰੇ। ਵੀ ਬ੍ਰਹਮ ਗਿਆਨੀ ਕੌਣ ਬਣਦਾ? ਜਿਹਦੇ ਤੇ ਮਾਲਕ ਆਪ ਕਿਰਪਾ ਕਰਦੇ, ਜਿਨ੍ਹਾਂ ਤੇ ਆਪ ਤੁੱਠਦੇ, ਉਹ ਗੁਰਮੁਖ ਫਿਰ ਉਹਨਾਂ ਨੂੰ ਬ੍ਰਹਮ ਦਾ ਗਿਆਨ ਹੁੰਦਾ। ਬ੍ਰਹਮ ਗਿਆਨੀ ਕੋਈ ਇਹ ਨਹੀਂ ਹੈ ਵੀ ਬ੍ਰਹਮ ਗਿਆਨੀ ਕੋਈ ਵੱਖਰੀ ਚੀਜ਼ ਹੈ ਜਾਂ ਵੱਖਰਾ ਕੋਈ ਆਪਾਂ ਨੂੰ ਨਜ਼ਰ ਆਉਂਦਾ। ਬ੍ਰਹਮ ਗਿਆਨੀ ਵੀ ਜਦੋਂ ਸਾਨੂੰ ਬ੍ਰਹਮ ਦਾ ਗਿਆਨ ਹੋ ਗਿਆ, ਪਰਮਾਤਮਾ ਨਾਲ ਮਿਲਾਪ ਹੋ ਗਿਆ, ਉਦੋਂ ਕਹਿੰਦੇ ਬ੍ਰਹਮ ਗਿਆਨੀ ਹੈ ਜੀ। ਸੋ ਇਸ ਵਾਸਤੇ ਫਿਰ ਜਦੋਂ ਮਾਲਕ ਕਿਰਪਾ ਕਰਦੇ, ਉਹ ਜਨ, ਉਹ ਮਨ ਫਿਰ ਜਿਨ੍ਹਾਂ ਦੇ ਮਾਲਕ ਨੇ ਕਿਰਪਾ ਕੀਤੀ, ਉਹਨਾਂ ਨੂੰ ਫਿਰ ਕਹਿੰਦੇ ਵੀ ਇਹ ਬ੍ਰਹਮ ਗਿਆਨੀ ਹੈ। ਫਿਰ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਸਗਲ ਕੀ ਰੇਨਾ, ਆਤਮ ਰਸ ਬ੍ਰਹਮ ਗਿਆਨੀ ਚੀਨਾ। ਬ੍ਰਹਮ ਗਿਆਨੀ ਸਭ ਦੀ ਰੇਣ ਹੋ ਜਾਂਦਾ, ਮਤਲਬ ਇੰਨਾ ਨੀਵਾਂ ਹੋ ਜਾਂਦਾ ਜਿਵੇਂ ਚਰਨ ਧੂੜੀ, ਵੀ ਇੰਨਾ ਮਨ ਉਹਨਾਂ ਦਾ ਨਿਰਮਲ ਹੋ ਜਾਂਦਾ, ਨੀਵਾਂ ਹੋ ਜਾਂਦਾ, ਨਿਮਾਣਾ ਹੋ ਜਾਂਦਾ, ਉਹ ਸਭ ਦੀ ਰੇਣ ਹੋ ਜਾਂਦਾ ਤੇ ਉਹ ਆਤਮ ਰਸ ਨੂੰ ਫਿਰ ਚੀਨ ਲੈਂਦਾ। ਆਤਮ ਰਸ ਕਹਿੰਦੇ ਵੀ ਜੋ ਸਾਡੇ ਅੰਦਰ ਪਰਮਾਤਮਾ ਨਿਰੰਕਾਰ ਆਤਮਾ ਦੇ ਰੂਪ ਦੇ ਵਿੱਚ ਸਾਡੇ ਸਭ ਦੇ ਅੰਦਰ ਬੈਠੇ, ਫਿਰ ਜਦੋਂ ਅਸੀਂ ਉਹ ਆਤਮਾ ਨੂੰ ਮਿਲ ਲੈਂਦੇ ਹਾਂ, ਸਾਡਾ ਮਨ ਆਤਮ ਰੂਪ ਹੋ ਜਾਂਦਾ। ਫਿਰ ਸਾਨੂੰ ਉਸੋਂ ਆਤਮ ਰਸ, ਅੰਮ੍ਰਿਤ ਰਸ, ਅੰਮ੍ਰਿਤ ਜਲ ਦੀ ਪ੍ਰਾਪਤੀ ਹੁੰਦੀ, ਜਿਸ ਨੂੰ ਮਹਾਰਾਜ ਕਹਿੰਦੇ ਆਤਮ ਰਸ ਜੇ ਜਾਣ ਹੀ ਸੋ ਹੈ ਖਾਲਸ ਦੇਵ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਵੀ ਉਹ ਖਾਲਸਾ ਜਿਹਨੇ ਆਤਮ ਰਸ ਦੀ ਪ੍ਰਾਪਤੀ ਕਰ ਲਈ, ਜਿਹਨੇ ਆਤਮ ਰਸ ਨੂੰ ਜਾਣ ਲਿਆ, ਅੰਮ੍ਰਿਤ ਰਸ ਨੂੰ, ਤੇ ਉਹਨੂੰ ਖਾਲਸਾ ਕਹਿਤਾ। ਤੇ ਉਹਨੂੰ ਇੱਥੇ ਸਤਿਗੁਰੂ ਬ੍ਰਹਮ ਗਿਆਨੀ ਕਹਿੰਦੇ। ਬ੍ਰਹਮ ਗਿਆਨੀ ਖਾਲਸਾ, ਖਾਲਸੇ ਦਾ ਭਾਵ ਹੁੰਦਾ ਵੀ ਜਿਹੜਾ ਸ਼ੁੱਧ ਹੋ ਗਿਆ, ਜਿਹੜਾ ਪਿਓਰ ਹੋ ਗਿਆ। ਜਿਵੇਂ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਇਸੇ ਤਰ੍ਹਾਂ ਹੀ ਖਾਲਸਾ ਵੀ ਜਿਹੜਾ ਸ਼ੁੱਧ ਹੋ ਗਿਆ, ਵੀ ਜਿਹਦੇ ਤੇ ਕੋਈ ਮੈਲ ਨਹੀਂ ਹੈ, ਉਹਨੂੰ ਮਹਾਰਾਜ ਨੇ ਖਾਲਸਾ ਕਹਿ ਦਿੱਤਾ। ਤੇ ਮਹਾਰਾਜ ਫਿਰ ਇੱਥੇ ਦੱਸਦੇ ਵੀ ਜੋ ਬ੍ਰਹਮ ਗਿਆਨੀ ਉਹ ਆਤਮ ਰਸ ਨੂੰ ਜਾਣਦਾ ਕਰਕੇ, ਉਹ ਫਿਰ ਇਸ ਕਰਕੇ ਉਹ ਖਾਲਸ ਹੈ, ਉਹ ਬ੍ਰਹਮ ਗਿਆਨੀ। ਫਿਰ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਕੀ ਸਭ ਉੱਪਰ ਮਿਆ, ਬ੍ਰਹਮ ਗਿਆਨੀ ਤੇ ਕੁਛ ਬੁਰਾ ਨਾ ਭਇਆ। ਬਈ ਜੋ ਬ੍ਰਹਮ ਗਿਆਨੀ ਹੈ ਉਹਦੀ ਸਭ ਦੇ ਉੱਤੇ ਕਿਰਪਾ ਹੁੰਦੀ, ਜਿੱਥੇ ਦ੍ਰਿਸ਼ਟੀ ਪੈਂਦੀ ਤਾਂ ਕਿਰਪਾ ਕਰਦਾ, ਕਿਉਂਕਿ ਉਹਨਾਂ ਦੀ ਦ੍ਰਿਸ਼ਟੀ ਅੰਮ੍ਰਿਤਮਈ ਹੁੰਦੀ। ਅੰਮ੍ਰਿਤਮਈ ਦ੍ਰਿਸ਼ਟ ਹੋਣ ਕਰਕੇ ਬ੍ਰਹਮ ਗਿਆਨੀ ਤੋਂ ਕਦੇ ਵੀ ਕਿਸੇ ਦਾ ਬੁਰਾ ਨਹੀਂ ਹੁੰਦਾ, ਉਹ ਕਦੇ ਕਿਸੇ ਦਾ ਬੁਰਾ ਕਰਦਾ ਹੀ ਨਹੀਂ, ਕਿਉਂਕਿ ਉਹ ਸਾਰਿਆਂ ਦਾ ਭਲਾ ਹੀ ਕਰਦਾ, ਸਭ ਦੇ ਮਨਾਂ ਦਾ ਭਲਾ ਕਰਦਾ ਹੈ। ਇਸ ਵਾਸਤੇ ਭਲਾ ਕਿਵੇਂ ਕਰਦਾ? ਬਈ ਉਹ ਸਭ ਨੂੰ ਗਿਆਨ ਦਿੰਦਾ, ਸਭ ਨੂੰ ਸੋਝੀ ਦਿੰਦਾ ਹੈ। ਆਪ ਹੀ ਸਿਮਰਨ ਕਰਦੇ, ਹੋਰਾਂ ਨੂੰ ਵੀ ਕਰਾਉਂਦੇ, ਆਪ ਹੀ ਮਾਲਕ ਨਾਲ ਜੁੜੇ ਤੇ ਹੋਰਾਂ ਨੂੰ ਵੀ ਪ੍ਰੇਰਦੇ ਵੀ ਤੁਸੀਂ ਵੀ ਜੁੜੋ। ਇਸ ਕਰਕੇ ਉਹ ਭਲਾ ਹੀ ਕਰਦੇ, ਕਿਸੇ ਦਾ ਬੁਰਾ ਕਿਸੇ ਨੂੰ ਤੋੜਦੇ ਨਹੀਂ ਹੈ, ਸਗੋਂ ਤੇ ਜੋੜਦੇ। ਇਸ ਵਾਸਤੇ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਤੋਂ ਕਦੇ ਵੀ ਬੁਰਾ ਨਹੀਂ ਹੁੰਦਾ ਕਿਸੇ ਦਾ, ਕਿਉਂਕਿ ਉਹ ਬੁਰਾ ਕਰਦਾ ਹੀ। ਜਿਹਨੂੰ ਵੈਰੀ ਤੇ ਸਤਰ ਇੱਕ ਸਮਾਨ ਨਹੀਂ, ਵੈਰੀ ਤੇ ਮੀਤ ਇੱਕ ਸਮਾਨ ਨਹੀਂ, ਉਹਨੇ ਬੁਰਾ ਕਿਸੇ ਦਾ ਕੀ ਕਰਨਾ ਹੋਏ। ਇਸ ਵਾਸਤੇ ਫਿਰ ਆਪਾਂ ਨੂੰ ਵੀ ਸਮਝਾਉਂਦੇ ਵੀ ਜੇ ਅਸੀਂ ਕਿਸੇ ਦਾ ਵੀ ਬੁਰਾ ਮਨ ਦੇ ਵਿੱਚ ਰੱਖੀਏ ਨਾ, ਤੇ ਸਾਡਾ ਕਦੇ ਬੁਰਾ ਹੁੰਦਾ ਹੀ। ਮਹਾਰਾਜ ਕਹਿੰਦੇ ਪਰ ਕਾ ਬੁਰਾ ਨਾ ਰੱਖੋ ਚੀਤ, ਤੁਮ ਕੋ ਦੁੱਖ ਨਾਹੀ ਭਾਈ ਮੀਤ। ਗੁਰੂ ਅਰਜਨ ਦੇਵ ਜੀ ਕਹਿੰਦੇ ਕਦੇ ਕਿਸੇ ਦਾ ਬੁਰਾ ਨਾ ਚਿਤਾਰੋ, ਬੁਰਾ ਨਾ ਸੋਚੋ, ਤੁਸੀਂ ਦੁਖੀ ਨਹੀਂ ਹੋਵੋਗੇ। ਅਸੀਂ ਦੁਖੀ ਉਦੋਂ ਹੁੰਦੇ ਹਾਂ ਜਦੋਂ ਅਸੀਂ ਕਿਸੇ ਦਾ ਬੁਰਾ ਸੋਚਦੇ ਹਾਂ, ਬੁਰਾ ਚਿਤਾਰਦੇ ਹਾਂ, ਕਿਸੇ ਨੂੰ ਬੁਰਾ ਬੋਲਦੇ ਹਾਂ, ਕਿਸੇ ਦੇ ਔਗਣ ਫਰੋਲਦੇ ਹਾਂ। ਉਹ ਕਿਸੇ ਦਾ ਤਾਂ ਬੁਰਾ ਨਹੀਂ ਹੁੰਦਾ, ਸਾਡਾ ਆਪਦਾ ਉਦੋਂ ਹੀ ਹੋ ਜਾਂਦਾ।
क्योंकि जदों असी मन दे विच विचार बना लिया तो उहिओ साडे मन ते मैल लग जानी, साडा तो बुरा हो ही गया आपदा। इस वास्ते जो ब्रह्म ज्ञानी वो तो कदे किसी का बुरा नहीं हुंदा, क्योंकि वो हमेशा भला ही करते हैं। फिर महाराज कहते ब्रह्म ज्ञानी सदा समदर्शी, ब्रह्म ज्ञानी की दृष्ट अमृत वर्षी। ब्रह्म ज्ञानी सदा समदर्शी, समदर्शी का भाव होंदा भी वो समदृष्टि रहिंदी। इस संसार दे विच जदों विचरदे समदृष्टि हुंदा है भी परमात्मा नूं देखना ते फिर उस तो बाद अगे देखना। आपां की आपां सिद्धा देखते माया नूं, सिद्धा आकारां नूं देखते शरीरां, पर जिहड़े गुरमुख वो सिद्धा शरीर नूं नहीं, वो पहलां परमात्मा नूं देखते, प्रकाश नूं, फिर उहदे विच दी अगे देखते। उहनूं कहंदे समदृष्टि। भी जिहड़ा ब्रह्म ज्ञानी महाराज कहंदे वो सदा समदृष्टि रहिंदा, भी वो मालक नूं देखदा ते मालक दे विच दी फिर अगे देखदा। इसलिए फिर उहदी दृष्टि विच अमृत है, क्योंकि वो मालक नूं देखदा करके उहदी दृष्टि अमृतमई हो जाती। ਜਿਹਦੇ ਤੇ ਉਹ ਦ੍ਰਿਸ਼ਟੀ ਪੈਂਦੀ ਅੰਮ੍ਰਿਤਮਈ ਉਹਦੇ ਪਾਪ ਖੰਡਨ ਕਰ ਦਿੰਦਾ ਹੈ। ਜਿਹਦੇ ਤੇ ਉਹ ਦ੍ਰਿਸ਼ਟੀ ਪੈਂਦੀ ਉਹਦੇ ਮਨ ਦੀ ਮਹਿਲ ਉਤਰ ਜਾਂਦੀ, ਉਹਦੇ ਮਨ ਨੂੰ ਸ਼ਾਂਤੀ ਆ ਜਾਂਦੀ, ਉਹਦੇ ਮਨ ਨੂੰ ਸੁੱਖ ਮਿਲਦਾ ਜਦੋਂ ਉਹਦੀ ਦ੍ਰਿਸ਼ਟੀ ਪੈਂਦੀ। ਇੱਕ ਦ੍ਰਿਸ਼ਟ ਹੁੰਦੀ ਕਰੂਰ, ਜਿਵੇਂ ਮਨਮੁਖ ਦੀ ਦ੍ਰਿਸ਼ਟੀ ਹੈ, ਉਹਦੀ ਦ੍ਰਿਸ਼ਟੀ ਪੈ ਜੇ ਤੇ ਆਪਣੇ ਅੰਦਰ ਉਹ ਕਰੋਧੀ ਕਰ ਦਿੰਦਾ, ਆਪਾਂ ਨੂੰ ਗੁੱਸਾ ਚੜਾ ਦਿੰਦਾ। ਜਿਵੇਂ ਆਪਾਂ ਸੰਸਾਰ 'ਚ ਦੇਖਦੇ ਹੀ ਕਈ ਜੀਵ ਇੱਕ ਦੂਸਰੇ ਵੱਲ ਇਸ ਤਰ੍ਹਾਂ ਦੇਖਣਗੇ, ਉਹ ਦੇਖਣ ਤੋਂ ਹੀ ਲੜ ਪੈਂਦੇ ਵੀ ਤੂੰ ਮੇਰੇ ਵੱਲ ਕਿਵੇਂ ਝਾਕਦਾ, ਕਿਵੇਂ ਦੇਖਦਾ, ਔਖਾ। ਉਹ ਕੀ ਉਹਨਾਂ ਦੀ ਕਰੂਰ ਦ੍ਰਿਸ਼ਟੀ ਹੈ, ਕਰੋਧੀ ਦ੍ਰਿਸ਼ਟੀ ਹੈ। ਜਦੋਂ ਉਹ ਦੂਸਰੇ ਤੇ ਪੈਂਦੀ ਉਹਦੇ ਅੰਦਰ ਵੀ ਕਰੋਧ ਆ ਜਾਂਦਾ। ਇਸ ਕਰਕੇ ਇੱਕ ਤਾਂ ਹੈ ਜਿਹਨੂੰ ਮਾਰੇ ਕਹਿੰਦੇ ਮੱਥੇ ਤਰੇ ਕੁਟੀ ਦ੍ਰਿਸ਼ਟ ਕਰੂਰ, ਬੋਲੇ ਕੌੜਾ ਜੀਭਾ ਕੀ ਫੂੜੇ। ਤਾਂ ਮਨਮੁਖ ਦੀ ਦ੍ਰਿਸ਼ਟੀ ਵੀ ਮੱਥੇ ਤੇ ਉਹਦੇ ਤਿਉੜੀ ਪੈ ਗਈ, ਦ੍ਰਿਸ਼ਟੀ ਸੀ ਜਿਹੜੀ, ਅੱਖਾਂ ਕਰੋਧੀ ਹੋ ਗਈਆਂ ਤੇ ਮੁਖ 'ਚੋਂ ਫਿੱਕਾ ਬੋਲਦਾ, ਕੌੜਾ ਬੋਲਦਾ। ਤੇ ਜੋ ਗੁਰਮੁਖ ਬ੍ਰਹਮ ਗਿਆਨੀ ਉਹਦੀ ਦ੍ਰਿਸ਼ਟੀ ਅੰਮ੍ਰਿਤਮਈ ਹੈ, ਉਹਦੇ 'ਚ ਅੰਮ੍ਰਿਤ ਵਰਸਦਾ, ਜਿਹਦੇ ਤੇ ਪੈਂਦੀ ਉਹਦੇ ਮਨ ਨੂੰ ਵੀ ਸ਼ਾਂਤੀ ਆਉਂਦੀ, ਸੁੱਖ ਮਿਲਦਾ। ਫਿਰ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਜੁਗਤ। ਬ੍ਰਹਮ ਗਿਆਨੀ ਬੰਧਨਾਂ ਤੋਂ ਮੁਕਤ। ਬੰਧਨ ਕੀ ਨੇ? ਵਿਚਾਰ ਔਰ ਨੇ, ਤ੍ਰੈ ਗੁਣ, ਇਹਨਾਂ ਨੂੰ ਬੰਧਨ ਕਹਿੰਦੇ। ਜਿਵੇਂ ਸੰਸਾਰ ਦੇ ਵਿੱਚ ਸਾਡੇ ਬੰਧਨ ਮਾਤਾ ਪਿਤਾ, ਭੈਣ ਭਰਾ, ਧੀਆਂ ਪੁੱਤਰ, ਇਹ ਸਾਡੇ ਮਨ ਦੇ ਬੰਧਨ ਬਣ ਜਾਂਦੇ। ਤੇ ਬ੍ਰਹਮ ਗਿਆਨੀ ਇਹਨਾਂ ਬੰਧਨਾਂ ਤੋਂ ਆਜ਼ਾਦ ਹੋ ਜਾਂਦੇ, ਉਹ ਬੰਧਨਾਂ 'ਚ ਨਹੀਂ ਵੱਜਦਾ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਉਹ ਬੰਧਨਾਂ ਤੋਂ ਮੁਕਤ ਹੈ, ਉਹ ਵਿਚਾਰਾਂ ਤੋਂ ਮੁਕਤ ਹੈ, ਤ੍ਰੈ ਗੁਣਾਂ ਤੋਂ ਮੁਕਤ ਹੈ। ਉਹਦੀ ਜਿਹੜੀ ਜੁਗਤੀ ਜਿਉਣ ਦਾ ਢੰਗ ਉਹ ਨਿਰਮਲ ਹੈ, ਕਿਉਂਕਿ ਉਹਨੂੰ ਜੁਗਤ ਆ ਗਈ, ਤਰੀਕਾ ਆ ਗਿਆ ਵੀ ਇਹਨਾਂ ਬੰਧਨਾਂ ਤੋਂ ਕਿਵੇਂ ਆਜ਼ਾਦ ਹੋਣਾ, ਇਹਨਾਂ ਦੇ ਵਿੱਚ ਰਹਿੰਦੇ ਕਿਵੇਂ ਇਹਨਾਂ ਤੋਂ ਮੁਕਤ ਰਹਿਣਾ। ਜਿਸ ਨੂੰ ਮਹਾਰਾਜ ਕਹਿੰਦੇ ਨਾਨਕ ਸਤਿਗੁਰ ਭੇਟਿਆਂ ਪੂਰੀ ਹੋਵੇ ਜੁਗਤ, ਹਸਾਉਂਦਿਆਂ ਖਿਲਾਉਂਦਿਆਂ ਪਹਿਨੰਦਿਆਂ ਖਵਾਉਂਦਿਆਂ ਵਿੱਚੇ ਹੋਵੇ ਮੁਕਤ। ਬਈ ਉਹ ਸੰਸਾਰ ਦੇ ਵਿੱਚ ਹੀ, ਪਰਿਵਾਰ 'ਚ ਰਹਿੰਦੇ ਹੀ, ਘਰ-ਬਾਰ 'ਚ ਰਹਿੰਦੇ ਹੀ, ਧੀਆਂ ਪੁੱਤਰਾਂ 'ਚ ਰਹਿੰਦੇ ਹੀ, ਮਾਂ ਪਿਓ ਕੋਲ ਰਹਿੰਦੇ ਹੀ, ਵਿੱਚ ਹੀ ਮੁਕਤ ਰਹਿੰਦੇ। ਇਸ ਕਰਕੇ ਮਹਾਰਾਜ ਕਹਿੰਦੇ ਬਈ ਉਹਨਾਂ ਨੂੰ ਜੁਗਤੀ ਆ ਗਈ, ਇਸ ਕਰਕੇ ਉਹ ਫਿਰ ਵਿੱਚੇ ਹੀ ਰਹਿੰਦੇ, ਸੰਸਾਰ ਦੇ ਉਹ ਜੀਵਨ ਮੁਕਤ ਨੇ। ਫਿਰ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ। ਹੁਣ ਬ੍ਰਹਮ ਗਿਆਨੀ ਦਾ ਜੋ ਭੋਜਨ ਹੈ ਉਹ ਭੋਜਨ ਗਿਆਨ ਹੈ। ਉਹ ਆਪ ਇਹ ਜਿਹੜਾ ਗਿਆਨ ਬ੍ਰਹਮ ਦਾ ਜੋ ਮਾਲਕ ਆਪਾਂ ਨੂੰ ਬਖਸ਼ਿਸ਼ ਕਰ ਰਹੇ, ਗੁਰਬਾਣੀ ਗੁਰੂ ਬਖਸ਼ਿਸ਼ ਕਰਦੇ, ਬ੍ਰਹਮ ਗਿਆਨੀ ਦਾ ਭੋਜਨ ਇਹ ਗਿਆਨ ਬਣ ਜਾਂਦਾ। ਤੇ ਉਹਦਾ ਜਿਹੜਾ ਧਿਆਨ ਉਹ ਹਰ ਸਮੇਂ ਬ੍ਰਹਮ ਪਰਮਾਤਮਾ ਨਿਰੰਕਾਰ ਦੇ ਵਿੱਚ ਰਹਿੰਦਾ। ਇਸ ਕਰਕੇ ਉਹ ਗਿਆਨੀ ਵੀ ਹੈ ਤੇ ਉਹ ਧਿਆਨੀ ਵੀ। ਤਾਂ ਫਿਰ ਆਪਾਂ ਨੂੰ ਸਮਝਾਉਂਦੇ ਵੀ ਇੱਕ ਅਵਸਥਾ ਆਉਂਦੀ ਵੀ ਜਿੱਥੇ ਜਾ ਕੇ ਫਿਰ ਇਹ ਗਿਆਨ ਤੇ ਧਿਆਨ ਦੋਵੇਂ ਖਤਮ ਹੋ ਜਾਂਦੇ, ਜਦੋਂ ਮਾਲਕ 'ਚ ਆਪਾਂ ਲੀਨ ਹੋ ਜਾਂਦੇ।
ਉਦੋਂ ਮਹਾਰਾਜ ਫਿਰ ਉਸ ਅਵਸਥਾ 'ਚ ਕਹਿੰਦੇ ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੋਂ ਵੱਡਾ ਸਤਿਗੁਰ ਨਾਨਕ ਜਨ ਕਲ ਰਾਖੀ ਮੇਰੀ। ਵੀ ਜਿੱਥੇ ਜਾ ਕੇ ਸਾਡਾ ਗਿਆਨ ਵੀ ਧਿਆਨ ਵੀ ਖਤਮ ਹੋ ਗਿਆ, ਮਾਲਕ ਹੀ ਰਹਿ ਗਿਆ, ਉਸ ਅਵਸਥਾ ਦੇ ਵਿੱਚ ਫਿਰ ਸਾਡਾ ਆਪਾ ਖਤਮ ਹੋ ਗਿਆ। ਤੇ ਜਦੋਂ ਫਿਰ ਅਸੀਂ ਇੱਧਰ ਆਉਣਾ ਸੰਸਾਰ ਦੇ ਵਿੱਚ, ਜਿੰਨਾ ਸਮਾਂ ਸਾਨੂੰ ਦਿੱਤਾ ਇਹ ਸਰੀਰ ਦੇ ਵਿੱਚ ਖੇਲਣ ਵਾਸਤੇ ਆਉਣਾ ਪੈਣਾ, ਫਿਰ ਉਦੋਂ ਸਾਨੂੰ ਇੱਧਰ ਧਿਆਨ ਦੀ ਵੀ ਲੋੜ ਹੈ ਤੇ ਗਿਆਨ ਦੀ ਵੀ ਲੋੜ ਹੈ। ਇਸ ਵਾਸਤੇ ਫਿਰ ਬ੍ਰਹਮ ਗਿਆਨੀ ਦਾ ਜੋ ਭੋਜਨ ਉਹ ਗਿਆਨ ਹੈ, ਤੇ ਜਿਹੜਾ ਧਿਆਨ ਉਹ ਹਰ ਸਮੇਂ ਉਹ ਬ੍ਰਹਮ ਦੇ ਵਿੱਚ ਮਾਲਕ ਦੇ ਵਿੱਚ ਰੱਖਦੇ। ਸੋ ਆਪਾਂ ਨੂੰ ਵੀ ਹੁਣ ਸਮਝਾਉਂਦੇ ਵੀ ਆਪਾਂ ਵੀ ਪਹਿਲਾਂ ਇਹ ਗਿਆਨ ਲੈਣਾ, ਫਿਰ ਅਸੀਂ ਗਿਆਨ ਤੋਂ ਬਾਅਦ ਫਿਰ ਅਸੀਂ ਧਿਆਨ ਦੇ ਵਿੱਚ ਜਾਣਾ। ਤੇ ਇਹ ਗਿਆਨ ਲੈਣ ਵਾਸਤੇ ਫਿਰ ਇਹ ਆਪਾਂ ਨੂੰ ਪਹਿਲਾਂ ਸਿਮਰਨ ਕਰਨਾ ਪੈਂਦਾ। ਗਿਆਨ ਵੀ ਸਾਨੂੰ ਉੱਦਾਂ ਨਹੀਂ ਹੁੰਦਾ, ਇਹ ਗੱਲਾਂ ਬਾਤਾਂ ਨਾਲ ਗਿਆਨ ਨਹੀਂ ਮਿਲਦਾ। ਗਿਆਨ ਵਾਸਤੇ ਸਾਨੂੰ ਇਹ ਸਿਮਰਨ ਕਰਨਾ ਪੈਂਦਾ, ਸਾਨੂੰ ਆਪਾਂ ਸਮਰਪਣ ਕਰਨਾ ਪੈਂਦਾ ਗੁਰੂ ਅੱਗੇ, ਫਿਰ ਇਹ ਗਿਆਨ ਹੁੰਦਾ, ਉੱਦਾਂ ਗੱਲਾਂ ਨਾਲ ਨਹੀਂ ਮਿਲਦਾ। ਮਹਾਰਾਜ ਕਹਿੰਦੇ ਗਿਆਨ ਨਾ ਗੱਲੀ ਢੂੰਡੀਏ ਕਤਨਾ ਕਰੜਾ ਸਾਰ, ਵੀ ਗੱਲਾਂ ਨਾਲ ਤਾਂ ਗਿਆਨ ਮਿਲਦਾ ਨਹੀਂ। ਉਹਦੇ ਵਾਸਤੇ ਸਾਨੂੰ ਫਿਰ ਇਹ ਅਭਿਆਸ ਕਰਨਾ ਪੈਂਦਾ, ਸਤ ਸੰਗਤ ਕਰਨੀ ਪੈਂਦੀ, ਸਿਮਰਨ ਕਰਨਾ ਪੈਂਦਾ। ਆਓ ਹੁਣ ਜੋ ਆਪਾਂ ਨੂੰ ਸਤਿਗੁਰੂ ਇਹ ਸਿਮਰਨ ਅਭਿਆਸ ਕਰਨ ਨੂੰ ਕਹਿ ਰਹੀ, ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰ੍ਹਾਂ ਗੁਰਮੁਖੋ ਜਦੋਂ ਆਪਾਂ ਇਹ ਸਿਮਰਨ ਕਰਦੇ ਹਾਂ ਫਿਰ ਨਾਲ ਨਾਲ ਆਪਾਂ ਨੂੰ ਗਿਆਨ ਦਿੱਤਾ ਜਾਂਦਾ ਹੈ। ਫਿਰ ਸਾਡੇ ਮਨ ਦਾ ਜੋ ਭੋਜਨ ਇਹ ਗਿਆਨ ਬਣ ਜਾਂਦਾ। ਜਿਵੇਂ ਇੱਕ ਤਾਂ ਆਪਣੇ ਤਨ ਦਾ ਭੋਜਨ ਹੈ, ਸਰੀਰ ਦਾ,
ਜਿਹੜਾ ਆਪਾਂ ਇਹ ਪ੍ਰਸ਼ਾਦਾ ਪਾਣੀ ਛਕਦੇ ਹਾਂ, ਇਹ ਸਾਡੇ ਤਨ ਦਾ ਭੋਜਨ, ਪਰ ਸਾਡੇ ਮਨ ਦਾ ਜਿਹੜਾ ਭੋਜਨ ਉਹ ਵੱਖਰਾ ਹੈ। ਤਨ ਦਾ ਸਰੀਰ ਦਾ ਭੋਜਨ ਵੱਖਰਾ ਹੈ, ਮਨ ਦਾ ਵੱਖਰਾ। ਹੁਣ ਤਨ ਨੂੰ ਤਾਂ ਅਸੀਂ ਰੋਜ਼ ਹੀ ਛਕਾਉਂਦੇ, ਕਿੰਨਾ ਕੁ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਾਂ ਪ੍ਰਸ਼ਾਦਾ ਛਕਾਉਂਦੇ, ਇਹਨੂੰ ਹੋਰ ਕੋਈ ਕੀ ਕੁਛ ਖਵਾਉਂਦੇ। ਪਰ ਜਿਹੜਾ ਸਾਡਾ ਮਨ ਹੈ, ਇਹ ਮਨ ਵਾਸਤੇ ਇਹ ਚੀਜ਼ਾਂ ਖਾਣ ਨੂੰ ਨਹੀਂ ਹੈ, ਮਨ ਦਾ ਇਹ ਭੋਜਨ ਨਹੀਂ ਹੈ। ਪ੍ਰਸ਼ਾਦਾ ਮਨ ਨਹੀਂ ਖਾਂਦਾ। ਹੋਰ ਸੰਸਾਰ ਦੇ ਪਦਾਰਥ ਇਹ ਮਨ ਨਹੀਂ ਖਾਂਦਾ। ਮਨ ਦਾ ਭੋਜਨ ਗਿਆਨ। ਹੁਣ ਕਿੰਨੇ ਕੁ ਜੀਵ ਹੋਣਗੇ ਸੰਸਾਰ 'ਚ ਜਿਹੜੇ ਮਨ ਦਾ ਭੋਜਨ ਲੈਂਦੇ, ਤੇ ਜੇ ਅਸੀਂ ਮਨ ਦਾ ਭੋਜਨ ਨਹੀਂ ਲਵਾਂਗੇ, ਮਨ ਤਾਂ ਭੁੱਖਾ ਹੀ ਰਹੇਗਾ, ਤੇ ਜੇ ਮਨ ਭੁੱਖਾ ਰਿਹਾ ਨੇ ਰੋਗੀ ਹੋ ਜਾਣਾ। ਇਹੋ ਕਾਰਨ ਹੈ ਸੰਸਾਰ ਦੇ ਵਿੱਚ ਜੀਵ ਨਾ ਮਨ ਦਾ ਭੋਜਨ ਦਾ ਗਿਆਨ ਹੋਣ ਕਰਕੇ, ਨਾ ਭੋਜਨ ਲੈਣ ਕਰਕੇ, ਨਾ ਸਿਮਰਨ ਕਰਦੇ, ਨਾ ਸਤਸੰਗਤ ਕਰਦੇ। ਇਸ ਕਰਕੇ ਉਹਨਾਂ ਦੇ ਮਨ ਭੁੱਖੇ ਨੇ। ਮਨ ਭੁੱਖਾ ਹੋਣ ਕਰਕੇ ਤਾਂਹੀਓ ਫਿਰ ਭੁੱਖਾ ਜੀਵ ਕਰੋਧੀ ਹੋ ਜਾਂਦਾ। ਭੁੱਖੇ ਜੀਵ ਨੂੰ ਛੋਟੀ ਛੋਟੀ ਗੱਲ ਤੇ ਗੁੱਸਾ ਹੁੰਦਾ, ਭੁੱਖੇ ਅੰਦਰ ਗਰਮੈਸ਼ ਵੱਧ ਜਾਂਦੀ। ਜਿਵੇਂ ਆਪਾਂ ਤਨ ਨੂੰ ਪ੍ਰਸ਼ਾਦਾ ਨਾ ਦਈਏ ਤੇ ਅੰਦਰ ਗਰਮੀ ਪੈ ਜਾਣੀ, ਤੇ ਜਦੋਂ ਗਰਮੀ ਪੈ ਗਈ ਬਿਮਾਰੀਆਂ ਲੱਗ ਜਾਣਗੀਆਂ। ਇਸੇ ਤਰ੍ਹਾਂ ਹੀ ਜੇ ਅਸੀਂ ਮਨ ਦਾ ਭੋਜਨ ਨਹੀਂ ਲਵਾਂਗੇ ਤੇ ਅਸੀਂ ਰੋਗੀ ਹੋਣਾ ਹੀ ਹੋਣਾ। ਸਾਡੇ ਮਨ ਨੇ ਇਹਨੂੰ ਫਿਰ ਬਿਮਾਰੀਆਂ ਚੁੰਬੜਨੀਆਂ ਚੁੰਬੜਨੀਆਂ। ਇਸ ਕਰਕੇ ਫਿਰ ਅਸੀਂ ਦੇਖਦੇ ਸੰਸਾਰ 'ਚ ਵੀ ਜੀਵ ਜਿਹੜੇ ਮਨ ਨੇ ਉਹਨਾਂ ਦੇ ਉਹ ਰੋਗੀ, ਚਾਹੇ ਕੋਈ ਬੱਚਾ ਹੈ, ਕੋਈ ਜਵਾਨ ਹੈ, ਕੋਈ ਵਿਰਧ ਹੈ, ਸਭ ਰੋਗੀ ਨੇ। ਤਾਈਓ ਮਹਾਰਾਜ ਕਹਿੰਦੇ ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਬਈ ਜਿਹਨੂੰ ਵੀ ਦੇਖਦੇ ਉਹ ਹੀ ਰੋਗੀ। ਤੇ ਇਸ ਵਾਸਤੇ ਫਿਰ ਇਹ ਰੋਗ ਸਾਡੇ ਦੂਰ ਕਰਨ ਵਾਸਤੇ ਇਹ ਸਤਸੰਗਤ ਆਪਾਂ ਕਰਦੇ ਹਾਂ, ਵੀ ਤਾਂ ਕਿ ਸਾਡਾ ਮਨ ਹੈ ਜਿਹੜਾ ਇਹ ਰੋਗ ਰਹਿਤ ਹੋ ਜੇ। ਉਹ ਫਿਰ ਜਿਹੜੇ ਗੁਰਮੁਖ ਬ੍ਰਹਮ ਗਿਆਨੀ ਜਿਹੜੇ ਰੋਗ ਰਹਿਤ ਹੋਏ, ਜਿਹਨੂੰ ਮਹਾਰਾਜ ਕਹਿੰਦੇ ਮੇਰੇ ਰਾਮ ਹਰਿ ਜਨ ਰੋਗ ਭਈ। ਜਿਹੜੇ ਹਰਿ ਜਨ, ਜਿਹੜੇ ਬ੍ਰਹਮ ਗਿਆਨੀ ਸੰਤ ਸਾਧੂ ਰੋਗ ਹੋ ਗਏ, ਵੀ ਉਹਨਾਂ ਦਾ ਮਨ ਰੋਗ ਰਹਿਤ ਹੋ ਗਿਆ। ਸੋ ਫਿਰ ਆਪਾਂ ਉਹਨਾਂ ਦਾ ਸੰਗ ਕਰਦੇ, ਫਿਰ ਉਹ ਆਪਾਂ ਨੂੰ ਵੀ ਦੱਸਦੇ ਵੀ ਅਸੀਂ ਵੀ ਕਿਵੇਂ ਰੋਗ ਰਹਿਤ ਹੋਣਾ। ਸੋ ਇਸ ਵਾਸਤੇ ਆਪਾਂ ਹੁਣ ਇਹ ਵੱਧ ਤੋਂ ਵੱਧ ਸੇਵਨ ਕਰਨਾ, ਤੇ ਨਾਲ ਨਾਲ ਜੋ ਗਿਆਨ ਸਤਿਗੁਰੂ ਆਪਾਂ ਨੂੰ ਦਿੰਦੇ, ਗਿਆਨ ਦਾ ਭੋਜਨ ਮਨ ਨੂੰ ਦੇਣਾ। ਇਹ ਜਿਉਂ-ਜਿਉਂ ਆਪਾਂ ਗੁਰਬਾਣੀ ਪੜ੍ਹਾਂਗੇ, ਵਿਚਾਰਾਂਗੇ, ਖੋਜਾਂਗੇ, ਸਤਸੰਗਤ ਕਰਾਂਗੇ, ਸਾਨੂੰ ਗਿਆਨ ਹੋਏਗਾ, ਸੋਝੀ ਆਏਗੀ, ਸਾਡੇ ਮਨ ਦਾ ਭੋਜਨ ਬਣ ਜਾਏਗਾ। ਸੋ ਬਾਕੀ ਇਹ ਜੋ ਸਾਰਾ ਗਿਆਨ, ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ। ਸੋ ਉਸੇ ਗਿਆਨ ਨੂੰ ਆਪਾਂ ਦ੍ਰਿੜ ਕਰਦੇ ਹਾਂ ਤਾਂ ਕਿ ਸਾਡੇ ਹਿਰਦੇ 'ਚ ਵਸ ਜੇ, ਮਨ 'ਚ ਵਸ ਜੇ, ਤੇ ਆਪਾਂ ਆਪਦੇ ਜੀਵਨ ਦਾ ਲਾਹਾ ਕੱਟ ਕੇ ਇੱਥੋਂ ਖੁਸ਼ੀ ਖੁਸ਼ੀ ਆਪਦੇ ਘਰ ਜਾਈਏ ਵਾਪਸ। ਕਿਉਂਕਿ ਜਾਣਾ ਤਾਂ ਹੈਗਾ ਹੀ ਹੈ, ਇੱਥੇ ਆਪਾਂ ਸਦਾ ਤਾਂ ਬੈਠੇ ਨਹੀਂ ਰਹਿਣਾ। ਆਪਣੇ ਸਾਹਮਣੇ ਜੀਵ ਜਾ ਰਹੇ ਨੇ, ਤੇ ਇੱਕ ਦਿਨ ਸਮਾਂ ਆਪਣਾ ਵੀ ਆਉਣਾ। ਤੇ ਇਸ ਵਾਸਤੇ ਫਿਰ ਖੁਸ਼ੀ ਖੁਸ਼ੀ ਜਾਈਏ ਅਸੀਂ ਇੱਥੋਂ। ਉਹ ਤਾਂ ਹੀ ਜਾ ਸਕਾਂਗੇ ਜੇ ਅਸੀਂ ਜੀਵਨ ਦਾ ਲਾਹਾ ਕੱਟਿਆ ਹੋਏਗਾ, ਜੇ ਅਸੀਂ ਆਪਦਾ ਘਰ ਦੇਖਿਆ ਹੋਏਗਾ, ਘਰ ਦਾ ਸੁੱਖ ਦੇਖਿਆ ਹੋਏਗਾ, ਤੇ ਸਾਨੂੰ ਖੁਸ਼ੀ ਹੁੰਦੀ ਵੀ ਅਸੀਂ ਚਾਈਂ ਚਾਈਂ ਆਪਦੇ ਘਰੇ ਜਾਈਏ। ਜਿਵੇਂ ਸੰਸਾਰ 'ਚ ਆਪਾਂ ਦੇਖਦੇ ਕੋਈ ਜੀਵ ਕੰਮ ਕਰਨ, ਗੁਰਮੁਖ ਜਾਂਦੇ ਬਾਹਰ, ਕੋਈ ਦਿਹਾੜੀ, ਕੋਈ ਨੌਕਰੀ ਕਰਨ ਜਾਂਦਾ। ਹੁਣ ਜਿਨ੍ਹਾਂ ਦੇ ਪਰਿਵਾਰ 'ਚ ਸੁੱਖ ਹੈ ਉਹਨਾਂ ਨੂੰ ਚਾਅ ਹੁੰਦਾ ਘਰੇ ਆਉਣ ਦਾ, ਵੀ ਫਟਾਫਟ ਘਰੇ ਜਾਈਏ। ਤੇ ਜਿਨ੍ਹਾਂ ਦੇ ਘਰ ਦੇ ਵਿੱਚ ਦੁੱਖ ਹੈ, ਕਲੇਸ਼ ਹੈ, ਉਹ ਫਿਰ ਕਹਿੰਦੇ ਵੀ ਨਾ ਹੀ ਜਾਈਏ ਘਰੇ ਤੇ ਚੰਗਾ। ਸੋ ਇਸੇ ਤਰ੍ਹਾਂ ਹੀ ਜੋ ਆਪਣਾ ਘਰ ਹੈ ਉੱਥੇ ਸੁੱਖ ਹੀ ਸੁੱਖ, ਉੱਥੇ ਆਨੰਦ ਹੀ ਆਨੰਦ ਹੈ, ਉੱਥੇ ਕਿਸੇ ਕਿਸਮ ਦਾ ਕੋਈ ਦੁੱਖ, ਕੋਈ ਚਿੰਤਾ ਨਹੀਂ। ਜਦੋਂ ਅਸੀਂ ਉਹ ਘਰ ਦੇਖਿਆ ਹੋਏਗਾ ਤੇ ਸਾਡੇ ਮਨ 'ਚ ਇੰਨੀ ਖੁਸ਼ੀ, ਇੰਨਾ ਚਾਅ ਹੁੰਦਾ ਜਾਣ ਦਾ ਵੀ ਛੇਤੀ ਛੇਤੀ ਆਪਦੇ ਘਰੇ ਜਾਈਏ ਬਸ। ਇਸੇ ਕਰਕੇ ਫਿਰ ਆਪਾਂ ਨੂੰ ਕਹਿੰਦੇ ਵੀ ਆਪਾਂ ਆਪਦੇ ਘਰ ਦੇ ਵਿੱਚ ਜੇ ਆਉਣ ਜਾਣ ਬਣਾਇਆ ਹੋਏਗਾ, ਆਪਦਾ ਘਰ ਦੇਖਿਆ ਹੋਏਗਾ, ਤੇ ਫਿਰ ਆਪਾਂ ਨੂੰ ਇੱਥੋਂ ਜਾਣ ਦਾ ਕੋਈ ਦੁੱਖ ਨਹੀਂ ਹੋਣਾ, ਸਗੋਂ ਤੇ ਸਾਡੇ ਮਨ 'ਚ ਚਾਅ ਹੋਏਗਾ।
ਤਾਈਓ ਮਹਾਰਾਜ ਕਹਿੰਦੇ ਕਬੀਰ ਜਿਸ ਮਰਨੇ ਤੇ ਜਗ ਡਰੇ, ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮ ਆਨੰਦ। ਵੀ ਜਿਹੜਾ ਜਗਤ ਸਾਰਾ ਡਰਦਾ ਮਰਨ ਤੋਂ ਵੀ ਕਿਤੇ ਮੌਤ ਨਾ ਆ ਜੇ, ਗੁਰਮੁਖਾਂ ਦੇ ਮਨ 'ਚ ਚਾਅ ਹੁੰਦਾ ਵੀ ਅਸੀਂ ਆਪਦੇ ਘਰ ਜਾਣਾ, ਸਗਾ ਤੇ ਉੱਥੇ ਤਾਂ ਸੌਖੀ ਸੁੱਖ, ਉੱਥੇ ਤਾਂ ਸਦਾ ਹੀ ਆਨੰਦ ਹੈ। ਸੋ ਇਸ ਵਾਸਤੇ ਆਪਾਂ ਵੀ ਕੋਸ਼ਿਸ਼ ਕਰਨੀ ਆਪਦੇ ਘਰ ਦੇ ਵਿੱਚ ਵਾਸਾ ਕਰਨ ਦੀ। ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦੇ ਹੋਏ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ। Amen.